ਹੈਲੋ ਸਟੂਡੈਂਟਸ, ਵੈਲਕਮ ਹੈ ਤੁਹਾਡਾ ਨੈਕਸਟ ਕਲਾਸ ਦੇ ਵਿੱਚ। ਆਪਣਾ ਯੂਨਿਟ ਨੰਬਰ 4 ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਆਪਣੇ ਲਾਸਟ ਟੌਪਿਕਸ ਜਿਹੜਾ ਉਹ એનર્ਜੀ ਕਰ ਲਿਆ ਸੀ। ਅੱਜ ਆਪਣੇ ਕੋਲੇ ਟਾਈਪਸ ਆਫ એનર્ਜੀ ਦੀ ਆਪਾਂ ਗੱਲ ਕਰਾਂਗੇ। ਮੇਨਲੀ ਸਾਡੇ ਕੋਲ ਇੱਥੇ ਦੋ ਟਾਈਪਸ ਅਸੀਂ ਗੱਲ ਕਰਦੇ ਹਾਂ, ਕਾਈਨੈਟਿਕ એનર્ਜੀ ਐਂਡ ਪੋਟੈਂਸ਼ੀਅਲ એનર્ਜੀ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈਗੀ ਹੈ ਕਾਈਨੈਟਿਕ એનર્ਜੀ। ਤੁਸੀਂ ਇਹਦੇ ਬਾਰੇ ਪਹਿਲਾਂ ਵੀ ਛੋਟੀ ਕਲਾਸਿਸ ਦੇ ਵਿੱਚ ਗੱਲ ਕਰ ਚੁੱਕੇ ਹਾਂ ਆਪਾਂ, ਜਿਹਨੂੰ ਆਪਾਂ ਪੰਜਾਬੀ 'ਚ ਗਤੀਜ ਊਰਜਾ ਕਹਿੰਦੇ ਹਾਂ। ਸੋ ਮਤਲਬ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਦ એનર્ਜੀ ਪੋਜੈਸਡ ਬਾਏ ਅ ਬੋਡੀ ਡਿਊ ਟੂ ਇਟਸ ਮੋਸ਼ਨ, ਕਿ ਜੋ ਵੀ એનર્ਜੀ ਬੋਡੀ ਕੋਲੇ ਉਹਦੇ ਮੋਸ਼ਨ ਕਰਕੇ ਹੋਵੇ, ਉਹਦੀ ਗਤੀ ਕਰਕੇ ਹੋਵੇ, ਉਹਨੂੰ ਆਪਾਂ ਕਾਈਨੈਟਿਕ એનર્ਜੀ ਕਹਿੰਦੇ। ਦਾ એનર્ਜੀ ਆਫ ਅ ਬੋਡੀ ਇਜ਼ ਦਾ એનર્ਜੀ ਪੋਜੈਸਡ ਬਾਏ ਅ ਬੋਡੀ ਬਾਈ ਵਰਚੂ ਆਫ ਇਟਸ ਮੋਸ਼ਨ। ਬਾਈ ਵਰਚੂ ਮਤਲਬ ਉਹਦੀ ਮੋਸ਼ਨ ਦੇ ਕਰਕੇ, ਮੋਸ਼ਨ ਕਰਨ ਕਰਕੇ ਜਿਹੜੀ ਉਹਦੇ ਕੋਲ એનર્ਜੀ ਹੈ। ਸੋ ਬਹੁਤ ਸਾਰੀ ਐਗਜ਼ਾਮਪਲ ਆਪਾਂ ਇਹਦੀ ਲਿਖ ਸਕਦੇ ਹਾਂ, ਜਿੰਨੀਆਂ ਚਾਹੀਏ ਉਨੀ ਲਿਖ ਸਕਦੇ ਹਾਂ। ਅ ਬੁਲਟ ਫਾਇਰਡ ਫਰੋਮ ਅ ਗਨ ਜਿਹੜੀ ਹੈਗੀ ਹੈ, ਉਹਦੇ ਕੋਲ ਜੋ એનર્ਜੀ ਹੈ ਉਹ ਉਹਦੀ ਕਾਈਨੈਟਿਕ એનર્ਜੀ ਕਰਕੇ ਹੈ। ਠੀਕ ਹੈ। The bullet fired from a gun can pass through a target on account of its kinetic energy of the bullet, ਕਿ ਕਿਸੇ ਉਹ ਟਾਰਗੇਟ ਦੇ ਵਿੱਚ ਦੀ ਪਾਸ ਕਰ ਸਕਦੀ ਹੈ ਉਹਦੀ ਕਾਈਨੈਟਿਕ એનર્ਜੀ ਕਰਕੇ। ਵਿੰਡ ਮਿਲ ਆਪਾਂ ਨੂੰ ਪਤਾ ਹੈ, ਜਿਹਨੂੰ ਆਪਾਂ ਪੌਣ ਚੱਕੀ ਕਹਿੰਦੇ ਹਾਂ, ਤੁਸੀਂ ਸਾਰੇ ਜਾਣੂ ਹੋ। ਉਹ ਘੁੰਮਦੀਆਂ ਨੇ, ਉਹਦੇ ਬਲੇਡ ਨੇ ਜਿਹੜੇ ਘੁੰਮਦੇ ਨੇ, ਜਿਹਦੇ ਕਰਕੇ ਨੀਚੇ ਉਹਨੂੰ ਆਪਾਂ ਕਿਸੇ ਚੱਕੀ ਦੀ ਤਰ੍ਹਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ। ਫਲੋਰ ਮਿਲ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਜਾਂ ਉਹਨੂੰ ਆਪਾਂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਵਾਸਤੇ ਯੂਜ਼ ਕਰਦੇ ਹਾਂ। ਉਹ ਵੀ ਉਹਦੀ ਹਵਾ ਦੀ ਜਿਹੜੀ ਕਾਈਨੈਟਿਕ એનર્ਜੀ ਹੈ ਉਹਦੇ ਨਾਲ ਚੱਲਦੀ ਹੈ ਉਹ। ਸਿਮਿਲਰਲੀ ਵਾਟਰ ਮਿਲ ਹੈ, ਜਿਹਨੂੰ ਆਪਾਂ ਪਾਣੀ ਚੱਕੀ ਕਹਿ ਦਿੰਦੇ ਹਾਂ, ਜਿਹਨੂੰ ਘਰਾਟ ਵੀ ਕਹਿ ਦਿੰਦੇ ਹਾਂ, ਜਿਹੜੀ ਨਹਿਰ ਦੇ ਉੱਪਰ ਬਣੇ ਹੁੰਦੇ ਨੇ। ਠੀਕ ਹੈ। ਉਹ ਵੀ ਪਾਣੀ ਦੇ ਮੋਸ਼ਨ ਕਰਕੇ, ਪਾਣੀ ਦੇ ਚੱਲਣ ਕਰਕੇ ਜਿਹੜੇ ਕੰਮ ਕਰਦੇ ਨੇ, ਉਹਦੀ ਕਾਈਨੈਟਿਕ એનર્ਜੀ ਕਰਕੇ ਕੰਮ ਕਰਦੇ ਨੇ। ਆ ਨੇਲ ਜਿਹੜੀ ਹੈਗੀ ਆਪਾਂ ਮੇਕ ਜਦੋਂ ਕਿਸੇ ਲੱਕੜ ਦੀ ਤਖਤੇ ਦੇ ਵਿੱਚ ਗੱਡਦੇ ਹਾਂ, ਤਾਂ ਜਿਹੜੀ ਹਥੌੜੇ ਦੀ ਕਾਈਨੈਟਿਕ એનਰਜੀ ਹੈ ਉਹੀ ਉਸ ਨੇਲ ਨੂੰ ਕੀ ਕਰਦੀ ਹੈ, ਲੱਕੜ ਦੇ ਤਖਤੇ ਵਿੱਚ ਗੜਨ ਦੇ ਵਿੱਚ ਸਹਾਇਤਾ ਕਰਦੀ ਹੈ। ਹੁਣ ਸਾਡੇ ਕੋਲ ਕੀ ਹੈ, ਅਸੀਂ ਕਾਈਨੈਟਿਕ એનર્ਜੀ ਦਾ ਫਾਰਮੂਲਾ ਡਰਾਈਵ ਕਰਨਾ ਹੈ। ਆਪਾਂ ਨੂੰ ਸਾਰਿਆਂ ਨੂੰ ਬਹੁਤ ਵਾਰੀ ਕਰ ਚੁੱਕੇ ਹਾਂ, ਜੇ ਤੁਹਾਨੂੰ ਯਾਦ ਹੋਵੇ, ਕਾਈਨੈਟਿਕ એનર્ਜੀ ਦਾ ਫਾਰਮੂਲਾ ਹੁੰਦਾ ਹਾਫ mv²। ਹੁਣ ਇਹ ਫਾਰਮੂਲਾ ਬਣਿਆ ਕਿਵੇਂ, ਕਿੱਥੋਂ ਆਉਂਦਾ ਫਾਰਮੂਲਾ, ਹੁਣ ਆਪਾਂ ਇਹਦੀ ਗੱਲ ਕਰਾਂਗੇ। ਮੰਨ ਲਓ ਇਹ ਡਾਇਗਰਾਮ ਤੁਹਾਨੂੰ ਨਜ਼ਰ ਆ ਰਹੀ ਹੋਣੀ ਕਿ ਮੰਨ ਲਓ ਸਾਡੇ ਕੋਲ ਇੱਕ ਬੋਡੀ ਹੈ, ਉਹਦਾ ਮਾਸ ਸਾਡੇ ਕੋਲ ਕੀ ਹੈ, m ਹੈ। ਮਾਸ ਹੈਗਾ m। ਇਸ ਬੋਡੀ ਦੇ ਉੱਪਰ ਇੱਕ ਫੋਰਸ ਐਕਟ ਕਰਦੀ ਹੈ, ਦੈਟ ਇਜ਼ f, ਅਤੇ ਉਹਦੇ ਕਰਕੇ ਬੋਡੀ ਮੂਵ ਕਰ ਜਾਂਦੀ ਹੈ ਥਰੂ ਸਮ ਡਿਸਟੈਂਸ ਵਿਦ ਵੈਲੋਸਿਟੀ v। ਤਾਂ ਹੁਣ ਦੇਖੋ ਸ਼ੁਰੂਆਤ ਦੇ ਵਿੱਚ ਵੈਲੋਸਿਟੀ ਕਿੰਨੀ ਹੋਊਗੀ। ਸ਼ੁਰੂਆਤ ਦੇ ਵਿੱਚ ਬੋਡੀ ਰੈਸਟ ਦੇ ਵਿੱਚ ਪਈ ਹੈ, ਖੜੀ ਹੈ, ਤਾਂ ਸ਼ੁਰੂਆਤੀ ਵੈਲੋਸਿਟੀ ਜਿਹੜੀ ਹੈਗੀ, ਜਿਹਨੂੰ ਆਪਾਂ u ਬੋਲਦੇ ਹੁੰਦੇ ਹਾਂ। ਫਾਈਨਲ ਵੈਲੋਸਿਟੀ ਨੂੰ ਆਪਾਂ v ਨਾਲ ਲਿਖਦੇ ਹੁੰਦੇ ਹਾਂ, ਇਨੀਸ਼ੀਅਲ ਵੈਲੋਸਿਟੀ ਨੂੰ ਆਪਾਂ u ਨਾਲ ਲਿਖਦੇ ਹੁੰਦੇ ਹਾਂ। ਤਾਂ ਇਨੀਸ਼ੀਅਲ ਵੈਲੋਸਿਟੀ ਕੀ ਹੈ, u ਹੈ। ਠੀਕ ਹੈ। ਉਹ 0 ਹੈ। ਤਾਂ ਇਹ ਕੀ ਹੋ ਗਿਆ, ਹੁਣ ਜੇ ਵੈਲੋਸਿਟੀ ਹੈ ਤਾਂ ਐਕਸਲਰੇਸ਼ਨ ਵੀ ਹੋਊਗਾ। ਤਾਂ m ਮਾਸ ਆਫ ਦਾ ਬੋਡੀ ਹੈ ਜੋ ਰੈਸਟ 'ਚ ਪਿਆ, ਤਾਂ u = 0 ਹੈ। ਫੋਰਸ f ਅਪਲਾਈ ਕਰ ਰਹੇ ਹਾਂ ਉਹਦੇ ਉੱਪਰ, ਐਕਸਲਰੇਸ਼ਨ ਪੈਦਾ ਹੋ ਗਿਆ ਫੋਰਸ ਅਪਲਾਈ ਕਰਨ ਕਰਕੇ। a v ਵੈਲੋਸਿਟੀ ਹੈ ਜਿਹਦੇ ਨਾਲ ਉਹ ਮੂਵ ਕਰਦੀ ਹੈ ਡਿਸਟੈਂਸ, s ਡਿਸਟੈਂਸ ਮੂਵ ਕਰਦੀ ਹੈ। ਹੁਣ ਆਪਣੇ ਇਕੁਏਸ਼ਨਸ ਆਫ ਮੋਸ਼ਨ ਪੜ੍ਹੀਆਂ ਨੇ, ਤਾਂ ਉਹਦੇ ਵਿੱਚ ਇੱਕ ਇਕੁਏਸ਼ਨ ਆਫ ਮੋਸ਼ਨ ਸੀ ਥਰਡ ਆਪਣੇ ਕੋਲ, v² - u² = 2as। ਠੀਕ ਹੈ। ਤਾਂ ਹੁਣ ਇਹ ਆਪਣੇ ਇੱਥੇ ਦੀ ਵੈਲਿਊਜ਼ ਪੁੱਟ ਕਰ ਦਿਓ, ਤਾਂ v ਦੀ ਜਗ੍ਹਾ ਤਾਂ v ਆ ਜਾਊਗਾ, u ਦੀ ਜਗ੍ਹਾ 'ਤੇ 0 ਆ ਜਾਊਗਾ, = 2as ਐਜ਼ ਇਟ ਇਜ਼ ਆ ਜਾਊਗਾ, ਕਿਉਂਕਿ ਐਕਸਲਰੇਸ਼ਨ ਆਪਾਂ a ਮੰਨਿਆ ਅਤੇ ਡਿਸਟੈਂਸ ਆਪਾਂ ਨੇ s ਮੰਨਿਆ। ਤਾਂ v² ਆਪਣੇ ਕੋਲ ਕੀ ਆ ਗਿਆ, 2as ਆ ਗਿਆ ਜੀ। ਠੀਕ ਹੈ। ਤਾਂ ਇੱਥੋਂ a ਦੀ ਜਿਹੜੀ ਵੈਲਿਊ ਆ ਗਈ, ਦੈਟ ਇਜ਼ v² / 2s। ਇਹ ਜਿਹੜਾ 2s ਹੈ ਉਹ ਇਹਦੇ ਨੀਚੇ ਚਲਾ ਗਿਆ। ਠੀਕ ਹੈ। ਹੁਣ ਆਪਾਂ ਜਿਹੜੀ ਫੋਰਸ ਹੈ, ਫੋਰਸ ਦਾ ਫਾਰਮੂਲਾ ਆਪਾਂ ਨੂੰ ਪਤਾ ਕੀ ਹੁੰਦਾ, F = ma। ਫੋਰਸ ਦਾ ਫਾਰਮੂਲਾ ਹੁੰਦਾ F = ma ਫਰੋਮ ਨਿਊਟਨ ਸੈਕਿੰਡ ਲਾਅ। ਤਾਂ m ਤਾਂ ਐਜ਼ ਇਟ ਇਜ਼ ਆ ਗਿਆ, a ਦੀ ਵੈਲਿਊ ਜੇ ਆਪਾਂ ਤੇ ਭਰ ਦਈਏ ਤਾਂ v² / 2s ਆ ਗਿਆ ਜੀ। v² = 2s। ਤਾਂ ਇਹ ਬਣ ਗਿਆ ਹਾਫ mv² / s। ਹੁਣ ਇਹ ਤਾਂ ਆ ਗਈ ਫੋਰਸ। ਹੁਣ ਇਸ ਬੋਡੀ ਨੂੰ ਆਪਾਂ ਜਦੋਂ ਮੂਵ ਕੀਤਾ ਤਾਂ ਵਰਕ ਡਨ ਵੀ ਕੀਤਾ ਹੋਊਗਾ। ਠੀਕ ਹੈ ਨਾ। ਤਾਂ ਵਰਕ ਡਨ ਕਾਹਦੇ ਬਰਾਬਰ ਹੁੰਦਾ ਹੈ, ਜੇ ਤੁਸੀਂ ਡਾਇਗਰਾਮ ਨੂੰ ਦੇਖੋ ਤਾਂ ਜਿਸ ਡਾਇਰੈਕਸ਼ਨ 'ਚ ਫੋਰਸ ਲੱਗੀ ਹੈ ਉਸੇ ਡਾਇਰੈਕਸ਼ਨ 'ਚ ਬੋਡੀ ਮੂਵ ਕਰੀ ਹੈ। ਤਾਂ ਵਰਕ ਡਨ ਦਾ ਫਾਰਮੂਲਾ ਜੇ ਡਾਇਰੈਕਸ਼ਨ ਸੇਮ ਹੋਵੇ ਫੋਰਸ ਵਾਲੀ ਡਿਸਪਲੇਸਮੈਂਟ ਦੀ, ਤਾਂ F × S ਹੁੰਦਾ, ਯਾਦ ਕਰੋ। ਠੀਕ ਹੈ। ਜਾਂ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹੁੰਦੇ ਹਾਂ, ਤੁਹਾਨੂੰ ਪਤਾ ਇੱਕ ਫਾਰਮੂਲਾ ਹੁੰਦਾ ਸੀ F.S, ਜਾਂ ਇਹਦੀ ਜਗ੍ਹਾ 'ਤੇ ਆਪਾਂ ਕੀ ਕਿਹਾ ਸੀਗਾ, F(s cos θ)। ਇਹ ਤਿੰਨਾਂ 'ਚੋਂ ਕੋਈ ਮਰਜ਼ੀ ਫਾਰਮੂਲਾ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਹੈ। ਹੁਣ ਇੱਥੇ cos θ ਕਿੰਨਾ ਹੈ, θ ਹੇਅਰ = 0 ਡਿਗਰੀ, ਕਿਉਂਕਿ F ਅਤੇ S ਦੀ ਜਿਹੜੀ ਡਾਇਰੈਕਸ਼ਨ ਹੈ ਉਹ ਸੇਮ ਹੈ। ਤਾਂ cos 0 ਡਿਗਰੀ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ 1 ਹੁੰਦੀ ਹੈ। ਤਾਂ ਫਾਰਮੂਲਾ ਆਹੀ ਬਣ ਗਿਆ ਆਪਣੇ ਕੋਲ F × S। ਤਾਂ F ਦੀ ਵੈਲਿਊ ਆ ਗਈ ਹਾਫ mv² / s × s। ਤਾਂ s ਨਾਲ s ਕੀ ਹੋ ਗਿਆ, ਕੈਂਸਲ ਹੋ ਗਿਆ, ਦੈਟ ਇਜ਼ ਹਾਫ mv²। ਤਾਂ ਇਹ ਕਾਹਦਾ ਫਾਰਮੂਲਾ ਹੈ ਜੀ, W ਦਾ। W ਕੀ ਹੁੰਦਾ, ਕਾਰਜ ਵਰਕ। ਤੁਹਾਨੂੰ ਮੈਂ ਕੱਲ੍ਹ ਵੀ ਪਿਛਲੇ ਲੈਕਚਰ 'ਚ ਆਪਾਂ ਗੱਲ ਕੀਤੀ ਸੀਗੀ
ਕਿ ਜਦੋਂ ਆਪਾਂ ਕਿਸੇ ਬੋਡੀ 'ਤੇ ਵਰਕ ਕਰਦੇ ਹਾਂ ਉਹੀ ਵਰਕ ਬੋਡੀ ਦੇ ਅੰਦਰ ਜਮ੍ਹਾਂ ਹੁੰਦਾ ਜਿਵੇਂ ਆਪਾਂ ਐਗਜ਼ਾਮਪਲ ਕੀਤੀ ਸੀ ਪੋਟੈਂਸ਼ੀਅਲ ਐਨਰਜੀ ਦੀ, ਕਿ ਅਸੀਂ ਪਾਣੀ ਨੂੰ ਜਦੋਂ ਸਵੇਰੇ ਆਪਣੀ ਟੈਂਕੀ ਦੇ ਵਿੱਚ ਭਰਦੇ ਹਾਂ ਤਾਂ ਆਪਾਂ ਮੋਟਰ ਲਗਾਉਂਦੇ ਹਾਂ, ਜਿਹੜਾ ਹੈਗਾ ਟੁੱਲੂ ਪੰਪ ਲਗਾਉਂਦੇ ਹਾਂ। ਪਰ ਜਦੋਂ ਆਪਾਂ ਨੀਚੇ ਤਾਰਦੇ ਹਾਂ, ਨੀਚੇ ਵਰਤਣਾ ਹੁੰਦਾ, ਟੂਟੀ ਖੋਲ੍ਹਦੇ ਹਾਂ, ਤਾਂ ਫਿਰ ਆਪਾਂ ਨੂੰ ਟੁੱਲੂ ਪੰਪ ਲਗਾਉਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਟੁੱਲੂ ਪੰਪ ਨੇ ਜਿਹੜਾ ਪਾਣੀ ਨੂੰ ਉੱਪਰ ਚੜ੍ਹਾਉਣ ਦੇ ਵਿੱਚ ਵਰਕ ਕੀਤਾ ਹੈ ਉਹ ਵਰਕ ਉਹਦੇ ਵਿੱਚ ਜਮ੍ਹਾਂ ਹੋ ਜਾਂਦਾ ਐਜ਼ ਦਾ ਫਾਰਮ ਆਫ ਪੋਟੈਂਸ਼ੀਅਲ ਐਨਰਜੀ, ਕਿਉਂਕਿ ਉਹ ਪਾਣੀ ਧਰਤੀ ਤੋਂ ਉਚਾਈ 'ਤੇ ਰੱਖਿਆ ਗਿਆ ਹੈ। ਉਸੇ ਤਰੀਕੇ ਨਾਲ ਜਦੋਂ ਆਪਾਂ ਇੱਥੇ ਵਰਕ ਕੀਤਾ ਬੋਡੀ ਨੂੰ ਮੂਵ ਕਰਾਉਣ ਦੇ ਵਿੱਚ, ਉਹੀ ਵਰਕ ਹੀ ਬੋਡੀ ਦੀ ਕਨੈਟਿਕ ਐਨਰਜੀ ਲਈ ਜ਼ਿੰਮੇਵਾਰ ਹੈ। ਦੈਟ ਇਜ਼ ਇਹੀ ਫਾਰਮੂਲਾ ਕਾਹਦਾ ਹੈ, KE, K ਮਤਲਬ ਕਨੈਟਿਕ, E ਫੋਰ ਐਨਰਜੀ, ਦੈਟ ਇਜ਼ ਇਕੁਅਲ ਟੂ ਵਰਕ ਇਜ਼ ਇਕੁਅਲ ਟੂ ਹਾਫ mv²। ਤਾਂ ਇਹ ਫਾਰਮੂਲਾ ਇਸ ਤਰੀਕੇ ਨਾਲ ਜਿਹੜਾ ਸਾਡਾ ਉਹ ਡਰਾਈਵ ਹੋ ਗਿਆ ਕਨੈਟਿਕ ਐਨਰਜੀ ਦਾ, W ਇਜ਼ ਇਕੁਅਲ ਟੂ ਹਾਫ mv²। ਠੀਕ ਹੈ, ਤਾਂ ਇਹ ਫਾਰਮੂਲਾ ਜਿਹੜਾ ਸਾਨੂੰ ਕੀ ਦੱਸ ਰਿਹਾ ਹੈ, ਤਾਂ ਇਹ ਫਾਰਮੂਲੇ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਕਿ ਕਨੈਟਿਕ ਐਨਰਜੀ ਜਿਹੜੀ ਹੈਗੀ ਆ ਉਹ ਦੋ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ, ਇੱਕ ਮਾਸ ਦੇ ਉੱਪਰ, ਇੱਕ ਵੈਲੋਸਿਟੀ ਦੇ ਉੱਪਰ। ਇੱਕ ਮਾਸ ਦੇ ਉੱਪਰ, ਇੱਕ ਵੈਲੋਸਿਟੀ ਦੇ ਉੱਪਰ। ਠੀਕ ਹੈ ਜੀ, ਤਾਂ ਕਨੈਟਿਕ ਐਨਰਜੀ ਜਿਹੜੀ ਹੈਗੀ ਹੈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਮਾਸ ਐਂਡ ਕਨੈਟਿਕ ਐਨਰਜੀ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੈਲੋਸਿਟੀ ਦਾ ਸਕੇਅਰ। ਹੁਣ ਇਸ ਗੱਲ ਨੂੰ ਬੜੀ ਇੰਪੋਰਟੈਂਟ ਨਾਲ, ਬੜੇ ਧਿਆਨ ਨਾਲ ਸਮਝਣਾ, ਕਿਉਂਕਿ ਇਹਦੇ ਨਾਲ ਰਿਲੇਟਡ ਕੁਐਸਚਨ ਬਣ ਜਾਂਦੇ ਨੇ। ਕਿਵੇਂ? ਜੇ ਮੈਂ ਕਹਾਂ ਕਿ ਇਫ ਆਈ ਇਨਕਰੀਜ਼ ਦਾ ਮਾਸ ਆਫ ਏ ਬੋਡੀ ਟੂ ਟਵਾਈਸ ਆਫ ਇਟਸ ਓਰੀਜਨਲ ਵੈਲਿਊ, ਕਿ ਮੈਂ ਇੱਕ ਬੋਡੀ ਦਾ ਮਾਸ ਹੈ ਜਿਹੜਾ ਉਹਦੀ ਓਰੀਜਨਲ ਵੈਲਿਊ ਦਾ ਦੁੱਗਣਾ ਕਰਦਾ, ਟਵਾਈਸ ਕਰਦਾ। ਠੀਕ ਹੈ, ਮਤਲਬ ਇਨੀਸ਼ੀਅਲੀ ਜੇ ਉਹਦਾ ਮਾਸ m ਹੈ ਤਾਂ ਬਾਅਦ ਦੇ ਵਿੱਚ ਮੈਂ ਉਹਦਾ ਮਾਸ 2m ਕਰਦਾ ਅਤੇ ਵੈਲੋਸਿਟੀ ਨੂੰ ਚੇਂਜ ਨਾ ਕਰਾਂ, ਵੈਲੋਸਿਟੀ ਜਿੰਨੀ ਸੀ ਓਨੀ ਓ ਰਹੇ। ਤਾਂ ਵਟ ਵਿਲ ਬੀ ਦਾ ਚੇਂਜ ਇਨ ਦਾ ਕਨੈਟਿਕ ਐਨਰਜੀ, ਕਨੈਟਿਕ ਐਨਰਜੀ 'ਤੇ ਕੀ ਫਰਕ ਪਊਗਾ? ਤਾਂ ਪਹਿਲਾਂ ਕਨੈਟਿਕ ਐਨਰਜੀ ਕਿੰਨੀ ਹੈ, ਹਾਫ mv², ਇਹ ਤਾਂ ਹੈਗੀ ਹੈ। ਹੁਣ ਵਟ ਵਿਲ ਬੀ ਦਾ ਨਿਊ ਕਨੈਟਿਕ ਐਨਰਜੀ, ਨਿਊ ਨੂੰ ਆਪਾਂ ਕੀ ਲਿਖ ਦਾਂਗੇ, KE1 ਲਿਖ ਦਿੰਦੇ ਹਾਂ। ਤਾਂ ਉਹ ਕੀ ਬਣ ਜੂਗੀ, ਦੈਟ ਇਜ਼ ਹਾਫ। ਹੁਣ m ਦੀ ਜਗ੍ਹਾ 'ਤੇ ਕੀ ਆਊਗਾ, 2m ਇੰਟੂ v²। ਜੇ ਮੈਂ 2 ਨੂੰ ਬਾਹਰ ਕੱਢ ਲਾਂ ਅਤੇ ਬਾਕੀ ਸਾਰੇ ਨੂੰ ਇਸ ਬਰੈਕਟ ਦੇ ਵਿੱਚ ਲਿਖ ਲਾਂ ਤਾਂ ਹਾਫ m ਰਹਿ ਗਿਆ, v² ਰਹਿ ਗਿਆ। ਤਾਂ ਦਿਸ ਇਜ਼ ਦਾ ਓਰੀਜਨਲ ਕਨੈਟਿਕ ਐਨਰਜੀ, ਜੋ ਪਹਿਲਾਂ ਵਾਲੀ ਕਨੈਟਿਕ ਐਨਰਜੀ ਹੈ, ਯਾਨੀ ਕਿ 2 ਇੰਟੂ KE, ਆਹ ਵਾਲੀ ਕਨੈਟਿਕ ਐਨਰਜੀ ਹੈ ਉਹ ਇੰਨੀ। ਤਾਂ ਇਹਦਾ ਮਤਲਬ ਜਿਹੜੀ ਮੇਰੀ ਕਨੈਟਿਕ ਐਨਰਜੀ 1 ਹੈ ਜੋ ਬਾਅਦ ਵਿੱਚ ਬਣੀ ਹੈ, ਕਾਹਦੇ ਬਾਅਦ? ਜੇਕਰ ਮੈਂ ਕਿਸੇ ਬੋਡੀ ਦਾ ਮਾਸ ਡਬਲ ਕਰਦਾ ਤਾਂ ਉਹਦੀ ਕਨੈਟਿਕ ਐਨਰਜੀ 'ਚ ਕੀ ਫਰਕ ਪਊਗਾ? ਉਹਦੀ ਕਨੈਟਿਕ ਐਨਰਜੀ ਸਾਡੇ ਕੋਲ ਡਬਲ ਹੋ ਜੂਗੀ ਇਫ ਆਈ ਡੋਂਟ ਚੇਂਜ ਦਾ ਵੈਲੋਸਿਟੀ ਆਫ ਦਾ ਬੋਡੀ। ਠੀਕ ਹੈ, ਜੇ ਮੈਂ ਬੋਡੀ ਦੀ ਵੈਲੋਸਿਟੀ ਚੇਂਜ ਨਹੀਂ ਕਰਦਾ। ਹੁਣ ਪਰ ਮੈਂ ਇਹਨੂੰ ਐਂ ਵੀ ਕਹਿ ਸਕਦਾ ਸੀ ਕਿ ਜੇਕਰ ਮੈਂ ਬੋਡੀ ਦੀ ਵੈਲੋਸਿਟੀ ਵੀ ਡਬਲ ਕਰਦਾ ਫੇਰ ਕੀ ਹੋਊਗਾ? ਮੈਂ ਮਾਸ ਵੀ ਜਿਹੜਾ m ਤੋਂ 2m ਕਰ ਦਿੰਦਾ। ਠੀਕ ਹੈ, ਅਤੇ ਜਿਹੜੀ ਵੈਲੋਸਿਟੀ ਹੈ ਉਹ ਵੀ ਮੈਂ v ਤੋਂ 2v ਕਰ ਦਿੰਦਾ। ਤਾਂ ਜਿਹੜੀ ਕਨੈਟਿਕ ਐਨਰਜੀ ਪਹਿਲਾਂ ਹੈ ਦੈਟ ਇਜ਼ ਹਾਫ mv², ਤਾਂ ਹੁਣ ਕਿੰਨੀ ਹੋ ਜੂਗੀ, ਨਿਊ ਕਿੰਨੀ ਹੋ ਜੂਗੀ? ਤੇ ਵਟ ਵਿਲ ਬੀ ਦਾ ਨਿਊ ਕਨੈਟਿਕ ਐਨਰਜੀ ਜਾਂ ਵਟ ਵਿਲ ਬੀ ਦਾ ਚੇਂਜ ਇਨ ਦਾ ਕਨੈਟਿਕ ਐਨਰਜੀ? ਤਾਂ ਨਿਊ ਜਿਹੜੀ ਬਣ ਜੂਗੀ ਆਪਣੇ ਕੋਲੇ ਉਹ ਹਾਫ ਐਜ਼ ਇਟ ਇਜ਼ ਆਊਗਾ, m ਦੀ ਜਗ੍ਹਾ 'ਤੇ 2m ਆ ਜੂਗਾ, v ਦੀ ਜਗ੍ਹਾ 'ਤੇ 2v ਆ ਜੂਗਾ। ਬਸ ਇਹਨੂੰ ਆਪਾਂ ਸੋਲਵ ਕਰ ਲਓ। ਹਾਫ 2m ਐਜ਼ ਇਟ ਇਜ਼ ਰੱਖ ਲਿਆ, 2 ਦਾ ਸਕੇਅਰ 4, v ਦਾ ਸਕੇਅਰ v। ਤਾਂ ਆਹ 2 ਗੁਣਾ 4 ਕੀ ਹੁਣ ਕਿੰਨਾ ਹੁੰਦਾ, 8। ਇਹਨੂੰ ਮੈਂ ਬਾਹਰ ਕੱਢ ਲਿਆ। ਬਾਕੀ ਬਾਕੀ ਅੰਦਰ ਕਿਉਂ ਰੱਖ ਰਿਹਾ? ਮੈਂ ਅੰਦਰ ਕਨੈਟਿਕ ਐਨਰਜੀ ਦਾ ਫਾਰਮੂਲਾ ਰੱਖ ਰਿਹਾ। ਤੁਸੀਂ ਇਸ ਗੱਲ ਨੂੰ ਨੋਟ ਕਰੋ ਕਿ ਮੈਂ ਬ੍ਰੈਕਟ ਦੇ ਅੰਦਰ ਕਨੈਟਿਕ ਐਨਰਜੀ ਦਾ ਜਿਹੜਾ ਓਰੀਜਨਲ ਫਾਰਮੂਲਾ ਉਹ ਰੱਖ ਰਿਹਾ, ਜੋ ਵੀ ਉਸ ਤੋਂ ਐਕਸਟਰਾ ਚੀਜ਼ ਹੈਗੀ ਉਹ ਮੈਂ ਬਾਹਰ ਰੱਖ ਰਿਹਾ ਬ੍ਰੈਕਟ ਤੋਂ, ਕਿਉਂਕਿ ਮੇਰੀ ਓਰੀਜਨਲ ਕਨੈਟਿਕ ਐਨਰਜੀ ਇੰਨੀ ਹੈ, ਦੈਟ ਇਜ਼ 8 ਇੰਟੂ ਓਰੀਜਨਲ ਕਨੈਟਿਕ ਐਨਰਜੀ। ਤਾਂ ਜਿਹੜੀ ਮੇਰੀ ਨਿਊ ਕਨੈਟਿਕ ਐਨਰਜੀ ਬਣੂਗੀ ਜੇਕਰ ਮੈਂ ਕਿਸੇ ਬੋਡੀ ਦਾ ਮਾਸ ਵੀ ਡਬਲ ਕਰਦਾ ਅਤੇ ਉਹਦੀ ਵੈਲੋਸਿਟੀ ਵੀ ਡਬਲ ਕਰਦਾ, ਡੈਟ ਵਿਲ ਬੀ ਦਾ 8 ਟਾਈਮਸ ਦਾ ਓਰੀਜਨਲ ਕਨੈਟਿਕ ਐਨਰਜੀ। ਅੱਛਾ, ਜੇ ਮੈਂ ਇੱਕ ਕੰਡੀਸ਼ਨ ਹੋਰ ਲਗਾ ਦਾਂ ਕਿ ਜੇਕਰ ਮਾਸ ਨੂੰ ਮੈਂ ਡਬਲ ਕਰਦਾ ਅਤੇ ਵੈਲੋਸਿਟੀ ਨੂੰ ਮੈਂ ਹਾਫ ਕਰਦਾ, ਅੱਧੀ ਕਰਦਾ, ਵਟ ਵਿਲ ਬੀ ਦਾ ਨਿਊ ਕਨੈਟਿਕ ਐਨਰਜੀ ਆਫ ਦਾ ਬੋਡੀ ਇਫ ਦਾ ਮਾਸ ਆਫ ਦਾ ਬੋਡੀ ਗੈਟ ਡਬਲ ਐਂਡ ਵੈਲੋਸਿਟੀ ਆਫ ਦਾ ਬੋਡੀ ਗੈਟ ਹਾਫ। ਠੀਕ ਹੈ, ਸੋ ਵਟ ਵਿਲ ਬੀ ਦਾ ਚੇਂਜ ਇਨ ਦਾ ਕਨੈਟਿਕ ਐਨਰਜੀ? ਦਾ ਇਨੀਸ਼ੀਅਲ ਕਨੈਟਿਕ ਐਨਰਜੀ ਕਿੰਨੀ ਹੈ, ਹਾਫ mv² ਜੋ ਹੁੰਦੀ ਹੋਇਆ ਜੋ ਫਾਰਮੂਲਾ ਹੈ ਉਹੀ ਐਨਰਜੀ ਹੋਊਗੀ। ਵਟ ਵਿਲ ਬੀ ਦਾ ਨਿਊ ਕਨੈਟਿਕ ਐਨਰਜੀ ਦੈਟ ਇਜ਼ KE1, ਵਟ ਵਿਲ ਬੀ ਦਾ ਨਿਊ ਕਨੈਟਿਕ ਐਨਰਜੀ? ਤਾਂ ਕਨੈਟਿਕ ਐਨਰਜੀ ਇਜ਼ ਇਕੁਅਲ ਟੂ ਨਿਊ 1, m ਦੀ ਜਗ੍ਹਾ 'ਤੇ 2m ਅਤੇ v ਦੀ ਜਗ੍ਹਾ 'ਤੇ v/2 ਦਾ ਸਕੇਅਰ। ਤਾਂ ਹਾਫ 2m ਨੂੰ ਮੈਂ ਐਜ਼ ਇਟ ਰੱਖ ਲਿਆ। ਹੁਣ ਇਹ ਬ੍ਰੈਕਟ ਖੋਲ੍ਹਦੇ ਨੇ, v ਦਾ ਸਕੇਅਰ v², 2 ਦਾ ਸਕੇਅਰ 4। ਇਹਨੂੰ ਮੈਂ ਜੇਕਰ ਕੱਟਦਾ
ਤਾਂ 2 ਬਚ ਗਿਆ। ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਿ ਮੈਂ ਇਸ ਹਾਫ ਨੂੰ ਛੇੜ ਨਹੀਂ ਰਿਹਾ, ਕਿਉਂਕਿ ਓਰੀਜਨਲ ਫਾਰਮੂਲੇ 'ਚ ਮੈਨੂੰ ਹਾਫ ਐਜ਼ ਇਟ ਇਜ਼ ਚਾਹੀਦਾ ਹੈ। ਤਾਂ 1/2 ਜਿਹੜਾ ਹੈ ਇਹ ਫਾਲਤੂ ਹੈ। ਹੁਣ ਆਪਣੇ ਕੋਲ ਜਿਹੜਾ ਫਾਲਤੂ ਅੱਖਰ ਨੇ ਉਹ ਸਾਰੇ ਬਾਹਰ ਕੱਢਤੇ। ਅੰਦਰ ਕੀ ਰੱਖ ਲਿਆ? ਸਿਰਫ ਹਾਫ mv² ਰੱਖ ਲਿਆ, ਪਹਿਲਾਂ ਵਾਲਾ ਜਿਹੜਾ ਫਾਰਮੂਲਾ ਹੈਗਾ। ਤਾਂ ਇਹ ਹੋ ਗਿਆ 1/2। ਇਹ ਕਿਹਦਾ ਫਾਰਮੂਲਾ ਹੈ? ਪਹਿਲਾਂ ਵਾਲੀ ਕਨੈਟਿਕ ਐਨਰਜੀ ਦਾ। ਇਹਦਾ ਮਤਲਬ ਜੇਕਰ ਮੈਂ ਮਾਸ ਨੂੰ ਡਬਲ ਕਰਤਾ ਪਰ ਵੈਲੋਸਿਟੀ ਨੂੰ ਮੈਂ ਹਾਫ ਕਰਦਾ ਤਾਂ ਮੇਰੀ ਕਨੈਟਿਕ ਐਨਰਜੀ ਪਹਿਲਾਂ ਦੇ ਮੁਕਾਬਲੇ ਹਾਫ ਹੋ ਜੂਗੀ, ਅੱਧੀ ਹੋ ਜੂਗੀ। ਸੋ ਇਸ ਤਰ੍ਹਾਂ ਦਾ ਜਿਹੜਾ ਕੁਐਸਚਨ ਹੈ ਉਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ, ਠੀਕ ਹੈ। ਜਿਹੜਾ ਤੁਹਾਡਾ PES ਦਾ ਟੈਸਟ ਆਉਣਾ ਹੈ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਇਨਡਾਇਰੈਕਟ ਕੁਐਸਚਨ ਪੁੱਛੇ ਜਾਣਗੇ ਕਿ ਵਾਟ ਵਿਲ ਬੀ ਦਾ ਚੇਂਜ ਇਫ ਆਈ ਡੂ ਸੋ ਦੈਟ। ਮਤਲਬ ਤੁਹਾਨੂੰ ਡਾਇਰੈਕਟ ਇਨਫੋਰਮੇਸ਼ਨ ਨਹੀਂ ਪੁੱਛੀ ਜਾਂਦੀ ਕਿ ਤੁਹਾਨੂੰ ਡੈਫੀਨੇਸ਼ਨ ਆਉਂਦੀ ਹੈ ਕਿ ਨਹੀਂ ਆਉਂਦੀ, ਤੁਹਾਨੂੰ ਯੂਨਿਟ ਆਉਂਦੀ ਹੈ ਕਿ ਨਹੀਂ ਆਉਂਦੀ, ਤੁਹਾਨੂੰ ਡਾਇਮੈਂਸ਼ਨ ਫਾਰਮੂਲਾ ਆਉਂਦਾ ਕਿ ਨਹੀਂ ਆਉਂਦਾ, ਠੀਕ ਹੈ। ਦੇ ਵਿਲ ਆਸਕ ਅਬਾਊਟ ਦਾ ਐਪਲੀਕੇਸ਼ਨਸ ਆਫ ਦਾ ਕੰਸੈਪਟ, ਕਿ ਉਹ ਐਪਲੀਕੇਸ਼ਨ ਤੋਂ ਤੁਸੀਂ ਕਿੱਥੇ ਵਰਤ ਸਕਦੇ ਹੋ ਜਾਂ ਉਸ ਐਪਲੀਕੇਸ਼ਨ ਦਾ ਕੀ ਫਾਇਦਾ ਹੈ, ਉਹਨੂੰ ਕਿਹੜੇ ਸੈਕਟਰ 'ਚ ਵਰਤਿਆ ਜਾਂਦਾ ਹੈ, ਸਾਨੂੰ ਉਹਦੇ ਤੋਂ ਕੀ ਉਹਦੇ ਯੂਜ਼ਸ ਕੀ ਨੇ, ਠੀਕ ਹੈ। ਤਾਂ ਇੱਥੋਂ ਆਪਾਂ ਨੂੰ ਇਹ ਪਤਾ ਲੱਗਿਆ ਕਿ ਕਨੈਟਿਕ ਐਨਰਜੀ ਜਿਹੜੀ ਹੈਗੀ ਆ ਉਹ ਮਾਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਮਤਲਬ ਜੇਕਰ ਮੈਂ ਮਾਸ ਨੂੰ, ਇੱਥੋਂ ਇੱਕ ਗੱਲ ਨੋਟ ਸਮਝੋ, ਡਾਇਰੈਕਟਲੀ ਪ੍ਰਪੋਰਸ਼ਨਲ ਟੂ ਮਾਸ ਦਾ ਮਤਲਬ ਕੀ ਹੈ ਕਿ ਜੇ ਮੈਂ ਮਾਸ ਨੂੰ ਡਬਲ ਕਰਦਾ, ਤੁਸੀਂ ਦੇਖੋ ਮਾਸ ਨੂੰ ਡਬਲ ਕੀਤਾ ਤਾਂ ਕਨੈਟਿਕ ਐਨਰਜੀ ਡਬਲ ਹੋ ਗਈ। ਪਰ ਜੇ ਮੈਂ ਇਕੱਲੀ ਵੈਲੋਸਿਟੀ ਨੂੰ ਕਰਾਂ, ਅੱਛਾ ਭਾਈ ਇੱਕ ਕੇਸ ਰਹਿ ਗਿਆ ਕਿ ਮੈਂ ਮਾਸ ਚੇਂਜ ਨਹੀਂ ਕਰਦਾ, ਮਾਸ ਤਾਂ ਐਜ਼ ਇਟ ਇਜ਼ ਹੀ ਰਹਿ ਜਾਂਦਾ ਹੈ, ਪਰ ਮੈਂ ਇਕੱਲੀ ਵੈਲੋਸਿਟੀ ਨੂੰ ਚੇਂਜ ਕਰਦਾ, ਡਬਲ ਕਰ ਦਿੰਦਾ, ਤਾਂ ਕੀ ਫਰਕ ਪਊਗਾ? ਤਾਂ ਹੁਣ ਨਵੀਂ ਕਨੈਟਿਕ ਐਨਰਜੀ ਕੀ ਬਣ ਜੂਗੀ? KE1 ਬਣ ਜੂਗਾ। ਹਾਫ ਮਾਸ ਤਾਂ ਐਜ਼ ਇਟ ਇਜ਼ ਹੀ ਹੈ, ਪਰ ਜਿਹੜੀ ਵੈਲੋਸਿਟੀ ਹੈ ਉਹ ਡਬਲ ਕਰਤੀ ਮੈਨੇ, ਤਾਂ ਹਾਫ m2 ਦਾ ਸਕੇਅਰ 4v ਦਾ ਸਕੇਅਰ v²। ਜੋ ਐਕਸਟਰਾ ਅੱਖਰ ਹੈ ਉਹ ਬਾਹਰ ਕੱਢ ਲਿਆ, ਬਾਕੀ ਓਰੀਜਨਲ ਫਾਰਮੂਲਾ ਆਪਾਂ ਨੇ ਅੰਦਰ ਰੱਖ ਲਿਆ। ਤਾਂ ਇਹ ਕੀ ਬਣ ਗਿਆ? 4 × ਕਨੈਟਿਕ ਐਨਰਜੀ। ਤਾਂ ਤੁਸੀਂ ਗੱਲ ਨੋਟ ਕੀਤੀ, ਜਦੋਂ ਆਪਾਂ ਮਾਸ ਨੂੰ ਡਬਲ ਕੀਤਾ ਸੀ, ਤਾਂ ਕਨੈਟਿਕ ਐਨਰਜੀ ਡਬਲ ਹੋਈ ਸੀ, ਠੀਕ ਹੈ। ਪਰ ਜਦੋਂ ਮੈਂ ਵੈਲੋਸਿਟੀ ਨੂੰ ਡਬਲ ਕੀਤਾ, ਮਾਸ ਨੂੰ ਛੇੜੇ ਬਿਨਾ, ਤਾਂ ਕਨੈਟਿਕ ਐਨਰਜੀ 4 ਗੁਣਾ ਹੋਈ ਹੈ। ਤਾਂ ਇਹ ਇੱਥੋਂ ਪਤਾ ਲੱਗ ਰਿਹਾ ਆਪਣੇ ਕੋਲੇ ਮਾਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਕਨੈਟਿਕ ਐਨਰਜੀ ਦੇ ਸਕੇਅਰ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਮਤਲਬ ਜੇ ਮਾਸ ਨੂੰ ਡਬਲ ਕਰ ਦੋਗੇ ਤਾਂ ਕਨੈਟਿਕ ਐਨਰਜੀ ਡਬਲ ਹੋ ਜੂ, ਟ੍ਰਿਪਲ ਕਰ ਦੋਗੇ ਤਾਂ ਟ੍ਰਿਪਲ ਹੋ ਜੂ, ਹਾਫ ਕਰ ਦੋਗੇ ਤਾਂ ਹਾਫ ਹੋ ਜੂ, 1/3 ਕਰ ਦੋਗੇ ਤਾਂ 1/3 ਹੋ ਜੂ। ਪਰ ਜੇ ਵੈਲੋਸਿਟੀ ਨੂੰ ਡਬਲ ਕਰੋਗੇ ਤਾਂ ਉਹਦਾ ਸਕੇਅਰ ਵਧੂਗਾ, ਯਾਨੀ ਕਿ 4 ਗੁਣਾ। ਵੈਲੋਸਿਟੀ ਨੂੰ ਟ੍ਰਿਪਲ ਕਰ ਦੋਗੇ ਤਾਂ ਉਹਦਾ ਸਕੇਅਰ ਵਧੂਗਾ, 3 ਦਾ ਸਕੇਅਰ 9 ਹੁੰਦਾ, 4 ਗੁਣਾ ਕਰ ਦੋਗੇ ਤਾਂ ਉਹਦਾ 4 ਗੁਣਾ ਮਤਲਬ 4 ਦਾ ਸਕੇਅਰ ਵਧੂਗਾ, ਦੈਟ ਇਜ਼ 16 ਗੁਣਾ ਵਧੂ। ਅਤੇ ਜੇ ਆਪਾਂ ਘਟਾਵਾਂਗੇ, ਹਾਫ ਕਰ ਦਾਂਗੇ ਤਾਂ ਹਾਫ ਦਾ ਸਕੇਅਰ 1/4 ਬਣ ਜੂਗਾ, ਤਾਂ 4 ਗੁਣਾ ਘੱਟ ਜੂ। ਜੇ 1/3 ਕਰ ਦਾਂਗੇ ਵੈਲੋਸਿਟੀ ਨੂੰ, 1/3 ਕਰ ਦਾਂਗੇ ਤਾਂ ਕਨੈਟਿਕ ਐਨਰਜੀ 1/9 ਟਾਈਮ ਘੱਟ ਜੂਗੀ। ਜੇ 4 ਗੁਣਾ ਘਟਾ ਦਾਂਗੇ ਵੈਲੋਸਿਟੀ ਨੂੰ ਤਾਂ 1/16 ਟਾਈਮ ਘੱਟ ਜੂਗੀ। 1/16 ਜਿਹੜੇ ਹੈਗੇ ਪਹਿਲਾਂ ਦੇ ਮੁਕਾਬਲੇ ਉਹ ਰਹਿ ਜੂਗੀ, ਨੋਟ ਘੱਟ ਜੂਗੀ, ਰਹਿ ਜੂਗੀ ਕਨੈਟਿਕ ਐਨਰਜੀ। ਤਾਂ ਇਹ ਇੱਕ ਇੰਪੋਰਟੈਂਟ ਟੌਪਿਕ ਹੈ, ਇਹਦੇ ਨਾਲ ਜੁੜੇ ਹੋਏ ਤੁਹਾਨੂੰ ਕਿਸੇ ਤਰੀਕੇ ਨਾਲ ਵੀ ਘੁਮਾ ਕੇ ਕੁਐਸਚਨ ਪਾ ਜਾਂਦਾ। ਇਹਦੀ ਕੋਈ ਪਰਮਾਨੈਂਟ ਸਟੇਟਮੈਂਟ ਨਹੀਂ ਹੈਗੀ ਕਿ ਜੇ ਕਨੈਟਿਕ ਐਨਰਜੀ ਮਾਸ ਨੂੰ ਇੰਨਾ ਕਰਤਾ, ਕਨੈਟਿਕ ਐਨਰਜੀ ਨੂੰ ਇੰਨਾ, ਵੈਲੋਸਿਟੀ ਨੂੰ ਇੰਨਾ ਕਰਤਾ, ਕਨੈਟਿਕ ਐਨਰਜੀ 'ਤੇ ਕੀ ਫਰਕ ਪਊਗਾ। ਵੀ ਇੱਕ ਪਾਰਟੀਕੂਲਰ ਸਿਰਫ ਇੱਕੋ ਹੀ ਕੇਸ ਬਣਦਾ ਹੈ, ਇਹਦੇ ਹਜ਼ਾਰਾਂ ਹੀ ਕੇਸ ਬਣਾਏ ਜਾ ਸਕਦੇ ਨੇ, ਅਤੇ ਮੈਂ ਬਦਲ ਕੇ ਹੀ ਪਾਉਂਦਾ ਹੁੰਦਾ, ਕਦੇ ਵੀ ਸੇਮ ਨਹੀਂ ਪਾਉਂਦਾ ਹੈਗਾ, ਠੀਕ ਹੈ। ਤਾਂ ਕਨੈਟਿਕ ਐਨਰਜੀ ਹੈ ਤਾਂ ਐਨਰਜੀ ਦੀ ਯੂਨਿਟ ਉਹੀ ਹੋਊਗੀ ਜੋ ਜਿਹੜੀ ਮਰਜ਼ੀ ਫਾਰਮ ਆਫ ਐਨਰਜੀ ਦੀ ਹੋਵੇ। ਪਹਿਲਾਂ ਆਪਾਂ ਕਰ ਚੁੱਕੇ ਐਸਏ ਸਿਸਟਮ ਦੇ ਵਿੱਚ ਯੂਨਿਟ ਜਿਹੜੀ ਹੈਗੀ ਆ ਉਹ ਜਾਊਲ ਹੈ, ਅਤੇ CGS ਦੇ ਵਿੱਚ ਕੀ ਹੈ, ਅਰਗ ਹੈ ਆਪਣੇ ਕੋਲੇ। ਤਾਂ ਉਮੀਦ ਹੈ ਤੁਹਾਨੂੰ ਇਹ ਡੈਰੀਵੇਸ਼ਨ ਅਤੇ ਉਹਦੇ ਨਾਲ ਰਿਲੇਟਡ ਕੁਐਸਚਨ ਸਮਝ ਆ ਗਏ। ਹੁਣ ਆਪਣੇ ਕੋਲ ਨੈਕਸਟ ਜਿਹੜਾ ਹੈਗਾ ਕੁਐਸਚਨ ਉਹ ਹੈਗਾ ਟੌਪਿਕ ਹੈ ਦੈਟ ਇਜ਼ ਰਿਲੇਸ਼ਨ ਬਿਟਵੀਨ ਕਨੈਟਿਕ ਐਨਰਜੀ ਐਂਡ ਦਾ ਲੀਨੀਅਰ ਮੋਮੈਂਟਮ ਆਫ ਦਾ ਬੋਡੀ। ਹੁਣ ਕਨੈਟਿਕ ਐਨਰਜੀ ਦਾ ਫਾਰਮੂਲਾ ਆਪਾਂ ਨੂੰ ਪਤਾ ਕੀ ਹੈ, ਹਾਫ mv²। ਮੋਮੈਂਟਮ ਦਾ ਫਾਰਮੂਲਾ ਯਾਦ ਕਰੋ, P = mv। ਆਹ ਦੋ ਫਾਰਮੂਲੇ ਨੇ ਇਹ ਆਪਣੇ ਕੋਲੇ, ਕਨੈਟਿਕ ਐਨਰਜੀ ਦਾ ਫਾਰਮੂਲਾ ਅਤੇ ਲੀਨੀਅਰ ਮੋਮੈਂਟਮ ਦਾ ਫਾਰਮੂਲਾ। ਹੁਣ ਆਪਾਂ ਨੂੰ ਕਰਨ ਨੂੰ ਕੀ ਕਿਹਾ ਹੈ, ਰਿਲੇਸ਼ਨ ਕਿਹਾ ਬਿਟਵੀਨ ਕਨੈਟਿਕ ਐਨਰਜੀ ਐਂਡ ਮੋਮੈਂਟਮ। ਤੁਸੀਂ ਥੋੜ੍ਹਾ ਜਿਹਾ ਜੇ ਧਿਆਨ ਨਾਲ ਦੇਖੋ, ਇੱਥੇ v ਦੇ ਉੱਪਰ ਸਕੇਅਰ ਹੈ ਪਰ m ਦੇ ਉੱਪਰ ਨਹੀਂ ਹੈਗਾ। ਆਪਾਂ ਜੇ ਇੱਕ ਕੰਮ ਕਰ ਲਈਏ ਕਿ ਜੇ ਮੈਂ m ਨਾਲ ਗੁਣਾ ਕਰਦਾ ਉੱਪਰ ਅਤੇ m ਨਾਲ ਨੀਚੇ ਡਿਵਾਈਡ ਕਰਦਾ, ਕੋਈ ਫਰਕ ਪਊਗਾ? ਤਾਂ ਕਹੋਗੇ ਨਹੀਂ ਜੀ ਪੈਂਦਾ। ਕਿਉਂ? ਕਿਉਂਕਿ ਸੇਮ ਅੱਖਰ ਨਾਲ ਮਲਟੀਪਲਾਈ ਅਤੇ ਸੇਮ ਅੱਖਰ ਨਾਲ ਜਦੋਂ ਆਪਾਂ ਡਿਵਾਈਡ ਕਰਦੇ ਹਾਂ ਇੱਕੋ ਸਾਈਡ 'ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੇ m ਨਾਲ ਮੈਂ m ਕੱਟਦਾ ਤਾਂ 1 ਆ ਜੂਗਾ। 1 ਨਾਲ ਤੁਸੀਂ ਜਿਹਨੂੰ ਮਰਜ਼ੀ ਗੁਣਾ ਕਰ ਲਓ ਤਾਂ ਉਹਦੇ ਕੋਈ ਅਸਰ ਪੈਂਦਾ ਨਹੀਂ ਹੈਗਾ। ਤਾਂ ਜੇ ਉੱਪਰ ਕੀ ਬਣ ਗਿਆ, ਹੁਣ ਉੱਪਰ ਬਣ ਜੂਗਾ m⁻², v⁻², ਕਿਉਂਕਿ ਇੱਕ m ਪਹਿਲਾਂ ਸੀ, ਇੱਕ ਆ ਸੀ, ਨੀਚੇ ਆ ਗਿਆ m, ਤਾਂ 1/2। ਆ ਦੋਹਾਂ ਦੇ ਉੱਪਰ 2 ਪਾਵਰ ਹੈ, ਤਾਂ ਇਕੱਠਿਆਂ ਦੇ ਉੱਪਰ ਨਾ ਪਾ ਦਈਏ, ਸੌਖਾ ਹੋ ਜੂਗਾ ਲਿਖਣਾ, ਠੀਕ ਹੈ। ਤਾਂ mv⁻² ਬਣ ਗਿਆ। ਹੁਣ mv ਕੀ ਹੈ ਸਾਡਾ, mv ਸਾਡਾ ਆ ਹੈ,
की दैट इज़ P फॉर मोमेंटम। तो कनैटिक एनर्जी तो मोमेंटम का रिलेशन बन गया अपने को, बड़ा सौखा जिहा 2 नंबर के पूछ लिया जाता है कि कनैटिक एनर्जी तो मोमेंटम के विचाले की रिलेशन है। हुण जिहड़े आपां फार्मूले कीते ने, इन्हां फार्मूले नाल रिलेटेड नमैरिकल भी पूछे जा सकते हैं। बहुत सौखे जे नमैरिकल ने, कोई ज़्यादा मैनूं लगदा कराउण दी लोड़ नहीं कि मास किसी बॉडी का इन्ना है, वेलोसिटी इन्नी है, कनैटिक एनर्जी दसो, जां मास इन्ना है, वेलोसिटी इन्नी है, तो बाद दे विच मास इन्ना दुगना करता, तो दसो कनैटिक एनर्जी किन्ने गुणा हो जूगी, जां किन्नी फर्क पै जू कनैटिक एनर्जी पर। जां मोमेंटम ते मास देता, हुण वेलोसिटी नहीं दित्ती, इंस्टैड ऑफ वेलोसिटी मोमेंटम देता तो एक मास देता, ठीक है ना। तो तुसीं मोमेंटम ते वेलोसिटी तो भी कनैटिक एनर्जी वैल्यू जिहड़ी आ ओह फाइंड कर सकते हो। तो बहुत सारे नमैरिकल ने जिहड़े ओह इत्थों बन सकते हैं। उस तो बाद सानूं कुछ रिलेशन, फिर वही रिलेशन देतियां कि कनैटिक एनर्जी जिहड़ी है मास दे इत्थों की है, जे P कॉन्सटेंट है, प्लीज़ नोट दैट वैसे मास की कनैटिक एनर्जी वो डायरैक्टली प्रोपोर्शनल है, पर जे सानूं नाल P दे नाल रिलेशन दी हुई है कनैटिक एनर्जी की, मोमेंटम नाल रिलेशन दी हुई है, तो कनैटिक एनर्जी जी मास दे वो इनवर्सली प्रोपोर्शनल है। तो कनैटिक एनर्जी P स्केयर दे, देखो कनैटिक एनर्जी जी हैगी है P स्केयर दे डायरैक्टली प्रोपोर्शनल है, मतलब जे P वधूगा, मोमेंटम वधूगा तो कनैटिक एनर्जी स्केयर दे विच वधूगी, जिवें वेलोसिटी दे स्केयर च वधदी सी, मोमेंटम डबल कर दोगे तो कनैटिक एनर्जी 4 गुणा हो जूगी। क्लीयर है मेरी गल जी, ठीक है। तो मोमेंटम जिहड़ा है कनैटिक एनर्जी दे स्केयर रूट दे इक्को गल है, कनैटिक एनर्जी मोमेंटम के स्केयर दे डायरैक्टली प्रोपोर्शनल है, जब मोमेंटम जे इधर स्केयर नूं परले पासे ले जाएंगे तो वह स्केयर दूजे पासे जाके स्केयर रूट बन जाता है। तो मोमेंटम कनैटिक एनर्जी के स्केयर रूट के डायरैक्टली प्रोपोर्शनल है। तो आ ग्राफ बन जाते हैं कनैटिक एनर्जी ते मास के विचाले, मोमेंटम ते मास के विचाले, कनैटिक एनर्जी ते मोमेंटम के विचाले। फिर साढ़े को है वर्क एनर्जी थ्योरम या वर्क एनर्जी प्रिंसीपल, 3 नंबर का इंपॉर्टेंट क्वेश्चन है। ये की क्वेश्चन है या की आर्टिकल है, सॉरी। According to this principle, work done by net force in displacing a body is equal to the change in kinetic energy of the body। देखो आप वर्क डन का फार्मूला कर चुके हैं कि वर्क डन किमें कढ़ते हैं आप, फोर्स इंटू डिसप्लेसमेंट इंटू कॉस थीटा। एक तो अपने को फार्मूला यही है वर्क डन कढ़न का, पर जेकर मैनू ना फोर्स पता होवे ना मैनू डिसप्लेसमेंट पता होवे, मैनू सिर्फ ये कह देना कि बॉडी पहला वेलोसिटी नाल जा रही सी 10 नाल, ठीक है, वह मास 10 किलोग्राम है, 10 मीटर स्केयर 10 मीटर पर सैकेंड की स्पीड नाल वेलोसिटी नाल जा रही है, ਉਹਦੇ पर एक फोर्स लगी, तो फोर्स लगन तो बाद उसकी वेलोसिटी होगी 20 मीटर पर सैकेंड। तो दसो वर्क डन कितना होया। हुण देखो ना तो मैनू फोर्स पता है ना मैनू डिसप्लेसमेंट पता है, तो वर्क डन किवें कढ़ांगे। तो तुहानूं जदों आपां कनैटिक एनर्जी का फार्मूला कीता है तो तुहानूं उत्थे की दस्सिया सीगा कि वर्क डन इज इक्वल टू कनैटिक एनर्जी, ठीक है ना। तो जे किसी बॉडी की कनैटिक एनर्जी बदल रही है, फोर्स लगन नाल कनैटिक एनर्जी चेंज हो रही है, तो दैट मीनस जिन्नी कनैटिक एनर्जी चेंज हुई है उन्ना ही वर्क डन होया उहदे उपर। तो दैट मीनस वर्क डन कढ़न का एक सारे कोल इनडायरैक्ट फार्मूला भी है कि असीं चेंज इन कनैटिक एनर्जी बॉडी की फाइंड कर लो जिन्नी के फोर्स लगन नाल हुई है, तो दैट विल गिव अस द अमाउंट ऑफ वर्क डन इन चेंजिंग द कनैटिक एनर्जी। तो ये वास्ते अपने को प्रूफ है अपने को कि उही पहला साडे कोले लैट मास बॉडी का M है, U इनीशियल वेलोसिटी है बॉडी की जिहदे नाल चल रही है, F फोर्स असीं बॉडी उपर लगा दिंदे आ, उहदे नाल A एक्सलरेशन पैदा हो जाता है, V उहदी फाइनल वेलोसिटी है, कितना टाइम दे विच उहदी फाइनल वेलोसिटी आती है T सैकेंड बाद, मतलब T सैकेंड जिहड़ी हैगी आ वो बाद वेलोसिटी V हो जाती है अपने कोले। हुण अपने कोले फार्मूला की है फोर्स का फार्मूला हुंदा अपने कोले F इज इक्वल टू MA, ठीक है जी। ए नूं आपां की लिख सकते हैं, याद करो एक्सलरेशन वाल लिखा सी, ए दा फार्मूला हुंदा है रेट ऑफ चेंज ऑफ वेलोसिटी विद रिस्पैक्ट टू टाइम, ठीक है जी। तो हुण इत्थों अपने इहनूं की लिखता dv इज अपॉन dt। हुण अपने कोले वर्क समाल वर्क कढ़दे आपां, मान लो पहला थोड़ा जिहा डिसप्लेसमेंट किया, टोटल वर्क देखो तुहानूं मैं पहला भी समझा चुकिया कि आपां फिजिक्स दे विच जां मैथ दे विच फार्मूले नूं जनरलाइज करदे हुंदे आ। जेकर कोई चीज़ वेरी कर रही है तो आपां नूं छोटे पोर्शन वास्ते कढ़ के उहनूं जे कंप्लीट पोर्शन वास्ते कढ़ना है, उहदा एक तरीका की हुंदा, हर एक छोटे छोटे पोर्शन नूं कढ़दा दा आंसर फाइंड कर लो तो जोड़ दो, जां कि एक तरीका हुंदा होर सौखा तरीका की है, जदों बहुत छोटे पार्ट होण एक छोटे पार्ट का आंसर कढ़ के उहदी इंटीग्रेशन कर दो टोटल पार्ट वास्ते। तो इत्थे आपां उही काम करांगे कि अपने समॉल वर्क डन कढ़ लैंदे आ। समॉल वर्क डन की होगा, फोर्स कितनी लगी तो कितना समॉल डिसप्लेसमेंट तय किया। हुण फोर्स का फार्मूला आपां उपर आ कढ़िया की कढ़िया MdV/dt इंटू DS,
ठीक है जी। हुण इत्थे मैं एम एज इट इज़ लिख लिया, डी वी एज इट इज़ लिख लिया। आ जिहड़ा डी टी है ना मैं इहदे नीचों हटा के इहदे नीचे लिख दिंदा डी एस बटा डी टी। इहदे नाल की फर्क पै गया देखो, एम डी वी डी एस बटा डी टी की हुंदा है, रेट ऑफ चेंज ऑफ डिसप्लेसमेंट विद रिस्पैक्ट टू टाइम, दैट इज़ वेलोसिटी, दैट इज़ वेलोसिटी। तो की बन गया एम वी डी वी, एम डी सॉरी एम वी डी वी। हुण इहनूं आपां की करो इंटीग्रेट कर दो, दोने पासे की कर लो इंटीग्रेशन ऑन बोथ साइड। तो इधरों भी कर देंगे इंटीग्रेशन। हुण डी डबल्यू का तो इंटीग्रेशन करांगे कित्थों तक जिन्ना फाइनल हैगा, इहदी इंटीग्रेशन हुण इह चेंज की हो रहा है, इंटीग्रेशन की लिमिट किवें पता कितने किहदी लिमिट लगूगी, एम वास्ते लिमिट लगूगी कि वी वास्ते लगूगी। आ तुहानूं पहलां भी दस्सिया सी कि जिहदी डी वी होवे, ਜਿਹਦੇ ਡੀ ਨਾਲ ਲੱਗਿਆ, ਜਿਹਦੇ ਨਾਲ ਡੀ ਲੱਗਿਆ ਹੋਵੇ, ਉਹਦੀ ਲਿਮਿਟ ਜਿਹੜੀ ਹੈਗੀ ਉਹ ਲੱਗਦੀ ਹੁੰਦੀ ਹੈ। ਤਾਂ ਇੱਥੇ ਵੈਲੋਸਿਟੀ ਹੈ, ਤਾਂ ਵੈਲੋਸਿਟੀ ਚੇਂਜ ਕਿੱਥੋਂ ਹੋਈ ਹੈ, ਪਹਿਲਾਂ ਯੂ ਸੀ, ਬਾਅਦ ਵਿੱਚ ਕਿੰਨੀ ਹੋਈ ਹੈ ਵੈਲੋਸਿਟੀ ਵੀ ਹੋਈ ਹੈ। ਤੁਹਾਨੂੰ ਇਹ ਵੀ ਦੱਸਿਆ ਹੋਇਆ ਕਿ ਇੰਟੀਗ੍ਰੇਸ਼ਨ 'ਚੋਂ ਜਿਹੜੀ ਟਰਮ ਕੌਨਸਟੈਂਟ ਹੁੰਦੀ ਹੈ, ਜਿਹੜੀ ਬਦਲਦੀ ਨਹੀਂ ਹੈਗੀ ਸਮੇਂ ਨਾਲ, ਉਹਨੂੰ ਬਾਹਰ ਕੱਢ ਲਈਦਾ ਹੁੰਦਾ। ਤਾਂ ਇੱਥੇ ਕਿਹੜੀ ਕੁ ਟਰਮ ਹੈ, ਉਹ ਹੈਗੀ ਹੈ ਐਮ, ਐਮ ਬਾਹਰ ਆ ਗਿਆ। ਅੰਦਰ ਕੀ ਰਹੂਗਾ, ਜਿਹਦਾ ਡੀ ਵੀ ਹੋਵੇ, ਜਿਹਦਾ ਡੀ ਲੱਗਿਆ ਹੋਵੇ, ਤਾਂ ਡੀ ਵੀ ਦਾ ਡੀ ਵੀ ਹੈ, ਤਾਂ ਇੱਥੇ ਵੀ ਅੰਦਰ ਰਹੂਗਾ। ਤਾਂ ਯੂ ਦਾ ਵੀ, ਯੂ ਤੋਂ ਲੈ ਕੇ ਵੀ ਤੱਕ। ਹੁਣ ਇੰਟੀਗ੍ਰੇਸ਼ਨ ਦਾ ਰੂਲ ਯਾਦ ਕਰੋ, ਮੈਂ ਤੁਹਾਨੂੰ ਸਿਖਾਇਆ ਹੋਇਆ ਕਿ ਜਿੰਨੀ ਪਾਵਰ ਹੋਵੇ ਉਹਦੇ ਵਿੱਚ ਇੱਕ ਜੋੜ ਦਿਓ, ਜਿੰਨੀ ਵੀ ਪਾਵਰ ਹੈ, 2 ਹੈ ਤਾਂ ਉਹ 'ਚ ਇੱਕ ਜੋੜ ਦਿਓ, 3 ਹੈ ਤਾਂ ਉਹ 'ਚ ਇੱਕ ਜੋੜ ਦਿਓ, ਜਿੰਨਾ ਉੱਪਰ ਲਿਖਿਆ ਓਨਾ ਹੀ ਨੀਚੇ ਲਿਖ ਦਿਓ। ਅਤੇ ਆਹ ਨਿਸ਼ਾਨ ਇੰਟੀਗ੍ਰੇਸ਼ਨ ਦਾ ਹਟਾ ਕੇ ਕੀ ਪਾ ਦਿਓ, ਸਕੁਏਅਰ ਬਰੈਕਟ ਪਾ ਦਿਓ। ठीक है, तो लिमिट लिखी जाती है फिर पिछले पासे, ब्रैकेट दे पिछले पासे। तो की बन गया देखो, एम की बन गया वी दी पावर 2, नीचे भी की बन गया 2, यू तो वी। उम्मीद है उधर तक समझ आ गया होगा। की किया आपने वही लैट कर लिया। देखो लैट का कि बच्चे कई डर जाते हैं कि सारे अंग्रेजी लिखी हुई है, कोई ये अंग्रेजी नहीं लिखी हुई। जो मैं बोल रहा वो सिंपल भाषा के मन्निया होया, लैट फोर्स अपलाइड ऑन द बॉडी एफ, लैट इनीशियल वेलोसिटी यू, लैट मास ऑफ द बॉडी एम, लैट जिहड़ा एक्सेलरेशन प्रोड्यूस इन द बॉडी ए, एंड वेलोसिटी ऑफ द बॉडी बिकम आफ्टर अप्लाइंग फोर्स दैट इज़ वी आफ्टर टाइम टी। ये छोटे छोटे ਜਿਹੇ ਸੈਂਟੈਂਸ ਨੇ ਜਿਹੜੇ ਕਿ ਬਹੁਤ ਔਖੀ ਚੀਜ਼ ਨਹੀਂ ਹੈਗੀ ਸਿੱਖਣੇ। ਤਾਂ ਤੁਸੀਂ ਜੇਕਰ ਇਹਨਾਂ ਨੂੰ ਛੋਟੇ ਛੋਟੇ ਸੈਂਟੈਂਸਾਂ ਨੂੰ ਸਿੱਖ ਲਓਗੇ ਤਾਂ ਤੁਹਾਡੇ ਥੋੜ੍ਹੇ ਸਮੇਂ ਬਾਅਦ ਜਿਹੜੇ ਬੱਚਿਆਂ ਨੇ ਵੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਹੁਣ ਅੰਗਰੇਜ਼ੀ ਲਿਖਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਹੋਊਗੀ। ਜਿਹੜੇ ਬੱਚੇ ਵੀ ਲੈਕਚਰ ਧਿਆਨ ਨਾਲ ਸੁਣਦੇ ਨੇ, ਮੇਰੀ ਗੱਲਾਂ ਨੂੰ ਸੁਣਦੇ ਨੇ, ਧਿਆਨ ਦੇ ਨਾਲ ਲੈਕਚਰ ਨੂੰ, ਵੀਡੀਓ ਲੈਕਚਰ ਨੂੰ ਸੁਣਦੇ ਨੇ, ਉਹਨਾਂ ਨੂੰ ਇਹਨਾਂ ਗੱਲਾਂ 'ਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਅਸੀਂ ਛੋਟੇ ਛੋਟੇ ਸੈਂਟੈਂਸ ਨੇ, ਸਿਰਫ ਉਹ ਛੋਟੇ ਛੋਟੇ ਸੈਂਟੈਂਸਾਂ ਨੂੰ ਜੇਕਰ ਯਾਦ ਕਰਨਾ ਸ਼ੁਰੂ ਕਰ ਦਈਏ, ਉਹਨਾਂ ਨੂੰ ਸਮਝਣਾ, ਉਹਦੇ ਮਤਲਬ ਸਮਝਣਾ ਸ਼ੁਰੂ ਕਰ ਦਈਏ, ਇਹ ਬਾਰ-ਬਾਰ ਵਰਤੇ ਜਾਂਦੇ ਨੇ, ਇਹੀ ਸੈਂਟੈਂਸ ਬਾਰ-ਬਾਰ ਵਰਤੇ ਜਾਂਦੇ ਨੇ ਅਤੇ ਇਹਨਾਂ ਨੂੰ ਮਿਲਾ ਕੇ ਹੀ ਵੱਡੇ ਵੱਡੇ ਪੈਰੇ ਬਣ ਜਾਂਦੇ ਨੇ। सिर्फ कुछ के शब्द होंगे ने ਜਿਹੜੇ ਸਾਇੰਟੀਫਿਕ ਹੁੰਦੇ ਨੇ, ਜਿਹਨੂੰ ਅਸੀਂ ਯਾਦ ਰੱਖਣਾ ਹੁੰਦਾ। ਤਾਂ ਐਫ ਇਜ਼ ਇਕੁਅਲ ਟੂ ਐਮ ਏ ਦੀ ਵੈਲਿਊ ਡੀ ਬੀ ਬਟਾ ਡੀ ਟੀ ਭਰਤੀ, ਸਮੋਲ ਵਰਕ ਡਨ ਕੱਢ ਲਿਆ ਐਫ ਇੰਟੂ ਡੀ ਐਸ, ਐਫ ਦਾ ਵੈਲਿਊ ਭਰਤੀ ਆਪਣੇ ਐਮ ਡੀ ਬੀ ਬਟਾ ਡੀ ਟੀ ਨੂੰ ਹਟਾ ਕੇ ਡੀ ਐਸ ਦੇ ਨੀਚੇ ਕਰਤਾ। डी एस बटा डी टी की होंगे वेलोसिटी होंगी है, तो इनू आप ठीक करके लिख लिया एम वी डी बी लिख लिया। फिर दोनों पासे की है टोटल वर्क डन करने वास्ते स्मॉल तो अपनी इंटीग्रेशन करती, कॉन्सटेंट अखर बाहर निकल जाता होंगे। इंटीग्रेशन का फार्मूला कि जोड़ा अखर जिहदे नाल डी लग्या होया उस अखर के उपर जिन्नी पावर है वो उपर एक जोड़ दो, उन्ने ही वो बटे पा दो, तो आ निशान हटा के स्केयर ब्रैकेट पा दो, तो जी लिमिट है वो पिछले पासे पाती। इस तो बाद इनू अगे सॉल्व कर लें। वैसे तो आर्टिकल हो गया है, अगे सॉल्व की करना अपने की आ गया अपने को W इज इक्वल टू एम वी स्केयर बटा 2 लिमिट U तो V। हुण आपां की करनी है, लिमिट भरनी है। आ जिहड़ा 2 इहनूं बाहर कढ लो। लिमिट किवें भरदे हो दस्सिआ तुहानूं मैं, पहला आह वाला जिहड़ा अखर है, ए वाला जिहड़ा अखर है इत्थे उपरला अखर भर दो लिमिट का, तो V की थां ते V भरता कोई फर्क पऊगा? कोई फर्क नहीं पैंदा जी। फिर जो दूजी लिमिट भरनी है नीचे वाली, तो विचाले माइनस का निशान आ जाता है। हुण उपरले अखर की थां ते निचला अखर भर दो, दैट इज U दी दो। हुण जे आपां ब्रैकेट खोलीए तो की बनूगा, देखो हाफ एम वी स्केयर, एम बटा 2 मतलब हाफ एम, ठीक है जी।
ਇੱਥੇ ਕੀ ਬਣ ਜਾਊਗਾ ਹਾਫ mu²। ਜੇ ਹੁਣ ਤੁਸੀਂ ਧਿਆਨ ਨਾਲ ਦੇਖੋ ਇਹ ਫਾਰਮੂਲਾ ਕਾਹਦਾ ਹੈ, ਇਹ ਕਨੈਟਿਕ એનર્ਜੀ ਦਾ ਫਾਰਮੂਲਾ ਹੈ। ਇਹ ਤਾਂ ਹੈਗੀ ਹੈ ਕਨੈਟਿਕ એનર્ਜੀ ਫਾਈਨਲ, ਇਹਦੇ ਪੈਰ 'ਚ ਮੈਂ ਐਫ ਪਤਾ ਛੋਟਾ ਜਿਹਾ ਕਿ ਫੋਰਸ ਲੱਗਣ ਤੋਂ ਬਾਅਦ ਕਿੰਨੀ ਹੋ ਗਈ। ਇਹ ਹੈਗਾ ਕਨੈਟਿਕ એનર્ਜੀ ਇਨੀਸ਼ੀਅਲ, ਮਤਲਬ ਫੋਰਸ ਲੱਗਣ ਤੋਂ ਪਹਿਲਾਂ ਕਿੰਨੀ ਕਨੈਟਿਕ એનર્ਜੀ ਸੀ। ਇਹਦਾ ਮਤਲਬ ਜਿਹੜਾ ਵਰਕ ਡਨ ਹੈ ਉਹ ਅਸੀਂ ਕਿਵੇਂ ਫਾਈਂਡ ਕਰ ਸਕਦੇ ਹਾਂ, ਕਨੈਟਿਕ એનર્ਜੀ ਫਾਈਨਲ ਮਾਈਨਸ ਕਨੈਟਿਕ એનર્ਜੀ ਇਨੀਸ਼ੀਅਲ। ਇਹ ਕੀ ਹੋ ਗਿਆ, ਜਦੋਂ ਆਪਾਂ ਦੋ ਚੀਜ਼ਾਂ ਦਾ ਮਾਈਨਸ ਲੈਂਦੇ ਹੁੰਦੇ ਹੋ ਕੀ ਹੁੰਦਾ ਕਿ ਪਹਿਲਾਂ ਚੀਜ਼ ਇੰਨੀ ਸੀ ਬਾਅਦ 'ਚ ਇੰਨੀ ਹੋ ਗਈ। ਕੀ ਦੱਸਦਾ ਸਾਨੂੰ ਇਹ, ਚੇਂਜ ਕਿੰਨਾ ਆ ਗਿਆ, ਪਹਿਲਾਂ ਤੋਂ ਬਾਅਦ ਵਿੱਚ ਕਿੰਨਾ ਚੇਂਜ ਆ ਗਿਆ, ਦੈਟ ਇਜ਼ ਚੇਂਜ ਇਨ ਕਨੈਟਿਕ એનર્ਜੀ। ਤਾਂ ਅਸੀਂ ਵਰਕ ਡਨ ਕਿਵੇਂ ਫਾਈਂਡ ਕਰ ਸਕਦੇ ਹਾਂ, ਚੇਂਜ ਇਨ ਕਨੈਟਿਕ એનર્ਜੀ। ਹੁਣ ਇਹ ਚੇਂਜ ਘੱਟ ਵੀ ਹੋ ਸਕਦਾ ਹੈ, ਇਹ ਚੇਂਜ ਵੱਧ ਵੀ ਸਕਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਕਿ ਜੇ ਆਪਾਂ ਨੇ ਫੋਰਸ ਲਗਾਈ ਹੈ ਇਨ ਦਾ ਸੇਮ ਡਾਇਰੈਕਸ਼ਨ ਜਿੱਧਰ ਨੂੰ ਬੋਡੀ ਜਾ ਰਹੀ ਹੈ, ਠੀਕ ਹੈ, ਤਾਂ ਵੈਲੋਸਿਟੀ ਵੱਧ ਜੂਗੀ, ਤਾਂ ਕਨੈਟਿਕ એનર્ਜੀ ਇਨਕਰੀਜ਼ ਹੋ ਜੂਗੀ, ਵਰਕ ਡਨ ਪੋਜ਼ੀਟਿਵ ਆ ਜੂਗਾ। ਜੇ ਉਹੀ ਫੋਰਸ ਆਪਾਂ ਨੇ ਓਪੋਜ਼ਿਟ ਡਾਇਰੈਕਸ਼ਨ 'ਚ ਲਾਈ ਹੈ ਜਿੱਧਰ ਨੂੰ ਬੋਡੀ ਜਾ ਰਹੀ ਹੈ, ਤਾਂ ਵੈਲੋਸਿਟੀ ਘੱਟ ਜੂਗੀ, ਠੀਕ ਹੈ, ਤਾਂ ਸਾਡੇ ਕੋਲ ਵਰਕ ਡਨ ਕੀ ਆ ਜੂਗਾ, ਨੈਗੇਟਿਵ ਆ ਜੂਗਾ। ਤਾਂ ਇਹ ਬੜਾ ਸੌਖਾ ਜਿਹਾ ਸਾਡੇ ਕੋਲ ਆਰਟੀਕਲ ਸੀਗਾ, 3 ਨੰਬਰ ਦੇ ਵਿੱਚ ਆਮ ਤੌਰ 'ਤੇ ਪੁੱਛਿਆ ਜਾਂਦਾ ਹੈ ਕਿ ਵਾਟ ਇਜ਼ ਦਾ ਵਰਕ એનર્ਜੀ ਥਿਓਰਮ ਜਾਂ ਵਰਕ એનર્ਜੀ ਪ੍ਰਿੰਸੀਪਲ ਐਂਡ ਪ੍ਰੂਵ ਇਟ। ਤਾਂ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਇਹ। ਇਸ ਤੋਂ ਬਾਅਦ ਸਾਡੇ ਕੋਲ ਸੈਕਿੰਡ ਜਿਹੜੀ ਟਾਈਪ ਆਫ એનર્ਜੀ ਹੈ ਦੈਟ ਇਜ਼ ਪੋਟੈਂਸ਼ੀਅਲ એનર્ਜੀ। ਗੱਲ ਇਹਦੀ ਵੀ ਆਪਾਂ ਛੋਟੀਆਂ ਕਲਾਸਾਂ 'ਚ ਕਰ ਚੁੱਕੇ ਹਾਂ, ਇਸ ਕਲਾਸ ਦੇ ਵਿੱਚ ਵੀ ਆਪਾਂ ਕਈ ਵਾਰੀ ਕਰ ਚੁੱਕੇ ਹਾਂ। ਦਾ એનર્ਜੀ ਪੋਜੈਸਡ ਬਾਏ ਬੋਡੀ ਬਾਏ ਵਰਚੂ ਇਟਸ ਪੋਜੀਸ਼ਨ ਔਰ ਕਨਫੀਗਰੇਸ਼ਨ ਇਨ ਸਮ ਫੀਲਡ, ਕਿ ਜਾਂ ਤਾਂ ਉਹਦੀ ਪੋਜੀਸ਼ਨ ਕਰਕੇ ਜਾਂ ਉਹਦੀ ਕਨਫੀਗਰੇਸ਼ਨ ਕਰਕੇ, ਉਹਦੀ ਖਾਸ ਪੋਜੀਸ਼ਨ ਜਾਂ ਜਗ੍ਹਾ ਕਰਕੇ ਜਾਂ ਸ਼ੇਪ ਕਰਕੇ ਜਿਹੜੀ એનર્ਜੀ ਹੁੰਦੀ ਹੈ ਦੈਟ ਇਜ਼ ਕਾਲਡ ਪੋਟੈਂਸ਼ੀਅਲ એનર્ਜੀ। ਪੋਟੈਂਸ਼ੀਅਲ એનર્ਜੀ ਸਾਡੇ ਕੋਲ ਮੇਨਲੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੈਗੀ ਜੀ ਗ੍ਰੈਵੀਟੇਸ਼ਨਲ ਪੋਟੈਂਸ਼ੀਅਲ એનર્ਜੀ, ਦੂਜੀ ਹੈਗੀ ਹੈ ਇਲਾਸਟਿਕ ਪੋਟੈਂਸ਼ੀਅਲ એનર્ਜੀ। ਗ੍ਰੈਵੀਟੇਸ਼ਨਲ ਪੋਟੈਂਸ਼ੀਅਲ એનર્ਜੀ ਮਤਲਬ ਇਹ ਪੋਟੈਂਸ਼ੀਅਲ એનર્ਜੀ ਬੋਡੀ ਦੇ ਵਿੱਚ ਧਰਤੀ ਦੀ ਗ੍ਰੈਵੀਟੇਸ਼ਨਲ ਫੋਰਸ ਕਰਕੇ ਆਉਂਦੀ ਹੈ। ਮਤਲਬ ਜਦੋਂ ਅਸੀਂ ਇੱਕ ਬੋਡੀ ਨੂੰ ਧਰਤੀ ਦੇ ਮੁਕਾਬਲੇ ਉਚਾਈ 'ਤੇ ਲੈ ਕੇ ਜਾਈਏ, ਕਿਉਂਕਿ ਤੁਹਾਨੂੰ ਪਤਾ ਹੈ ਹਰੇਕ ਚੀਜ਼ ਨੂੰ ਜਿਹੜੀ ਧਰਤੀ ਹੈ ਉਹ ਆਪਣੇ ਸੈਂਟਰ ਵੱਲ ਖਿੱਚਦੀ ਹੈ। ਅਰਥ ਅਟਰੈਕਟ ਦਾ ਐਵਰੀ ਬੋਡੀ ਟੂਵਰਡਸ ਇਟਸ ਸੈਂਟਰ। ਤਾਂ ਵੈਨ ਵੀ ਮੂਵ ਦਾ ਬੋਡੀ ਇਨ ਦਾ ਆਪੋਜ਼ਿਟ ਡਾਇਰੈਕਸ਼ਨ, ਦੈਟ ਮੀਨਸ we take the body from the surface of earth to certain height, we take the body against the force of attraction, ਤਾਂ then we have to do some work। ਜਦੋਂ ਆਪਾਂ ਕਿਸੇ ਚੀਜ਼ ਨੂੰ ਕਿਸੇ ਫੋਰਸ ਦੇ ਉਲਟ ਲੈ ਕੇ ਜਾਵਾਂਗੇ, ਕਿਸੇ ਫੋਰਸ ਦੇ ਉਲਟ ਲੈ ਕੇ ਜਾਵਾਂਗੇ ਮਤਲਬ ਅਸੀਂ ਧੱਕਾ ਕਰਕੇ ਲੈ ਕੇ ਜਾਵਾਂਗੇ, ਦੈਟ ਵਰਕ ਇਜ਼ ਸਟੋਰਡ ਇਨ ਦਾ ਫਾਰਮ ਆਫ ਦਾ એનર્ਜੀ ਦੈਟ ਇਜ਼ ਕਾਲਡ ਗ੍ਰੈਵੀਟੇਸ਼ਨਲ ਪੋਟੈਂਸ਼ੀਅਲ એનર્ਜੀ। ਸੈਕਿੰਡ ਹੈਗੀ ਹੈ ਇਲਾਸਟਿਕ ਪੋਟੈਂਸ਼ੀਅਲ એનર્ਜੀ। ਇਹ ਹੁੰਦੀ ਹੈ ਜੇਕਰ ਅਸੀਂ ਕਿਸੇ ਬੋਡੀ ਦੀ ਕਨਫੀਗਰੇਸ਼ਨ ਚੇਂਜ ਕਰਦੇ ਹਾਂ, ਉਹਦੀ ਸ਼ੇਪ ਚੇਂਜ ਕਰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਇੱਕ ਸਪਰਿੰਗ ਹੈ ਸਾਡੇ ਕੋਲ, ਜੇ ਅਸੀਂ ਸਪਰਿੰਗ ਨੂੰ ਖਿੱਚਦੇ ਹਾਂ ਤਾਂ ਯਾਦ ਕਰੋ ਇਨਰਸ਼ੀਆ ਕੀ ਕਹਿੰਦਾ ਹੈ ਕਿ ਐਨੀ ਬੋਡੀ ਵਾਂਟਸ ਟੂ ਅਪੋਜ਼ ਟੂ ਚੇਂਜ ਇਨ ਇਟਸ ਸਟੇਟ। ਤਾਂ ਹਰੇਕ ਬੋਡੀ ਜਿਹੜੀ ਹੈਗੀ ਆਪਣੀ ਸਟੇਟ ਦੇ ਵਿੱਚ ਚੇਂਜ ਦਾ ਵਿਰੋਧ ਕਰਦੀ ਹੈ। ਤਾਂ ਆਪਾਂ ਸਪਰਿੰਗ ਨੂੰ ਖਿੱਚਦੇ ਹਾਂ ਤਾਂ ਉਹਦੀ ਸ਼ੇਪ ਚੇਂਜ ਕਰਦੇ ਹਾਂ। ਤਾਂ ਸਪਰਿੰਗ ਨੂੰ ਖਿੱਚਿਆ ਆਪਾਂ ਨੇ, ਫੋਰਸ ਲਗਾਈ ਹੈ ਮਤਲਬ ਵਰਕ ਹੋਇਆ, ਅਤੇ ਵਰਕ ਸਟੋਰ ਹੋ ਜਾਂਦਾ ਬੋਡੀ ਦੇ ਵਿੱਚ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ। ਤਾਂ ਦੈਟ ਇਜ਼, ਅਤੇ ਉਹੀ ਜਦੋਂ ਆਪਾਂ ਸਪਰਿੰਗ ਨੂੰ ਛੱਡਦੇ ਹਾਂ ਤਾਂ ਸਪਰਿੰਗ ਪਹਿਲਾਂ ਵਾਲੀ ਪੋਜੀਸ਼ਨ ਦੇ ਵਿੱਚ ਆ ਜਾਂਦਾ ਨਾਲ ਦੀ ਨਾਲ, ਦੈਟ ਇਜ਼ ਡਿਊ ਟੂ ਦੈਟ ਸਟੋਰਡ એનર્ਜੀ ਦੈਟ ਇਜ਼ ਕਾਲਡ ਇਲਾਸਟਿਕ ਪੋਟੈਂਸ਼ੀਅਲ એનર્ਜੀ। ਤਾਂ ਉਮੀਦ ਹੈ ਤੁਹਾਨੂੰ ਦੋਨਾਂ ਦੇ ਵਿੱਚ ਜਿਹੜਾ ਹੈਗਾ ਮਤਲਬ ਸਮਝ ਆ ਗਿਆ ਹੋਊਗਾ। ਇਸ ਲਈ ਤੁਸੀਂ ਤੀਰ ਕਮਾਨ ਚਲਾਇਆ ਛੋਟੇ ਹੁੰਦੇ ਬੱਚਿਆਂ ਨੇ, ਤਾਂ ਆਪਾਂ ਜਦੋਂ ਤੀਰ ਨੂੰ ਕਮਾਨ 'ਚ ਲਗਾ ਕੇ ਧਾਗੇ ਉੱਪਰ ਰੱਖ ਕੇ ਖਿੱਚਦੇ ਹਾਂ ਤਾਂ ਆਪਾਂ ਨੇ ਕੀ ਕਰਤਾ, ਖਿੱਚ ਕੇ ਜਿਹੜਾ ਕਮਾਨ ਹੈ, ਕਮਾਨ ਦੀ ਸ਼ੇਪ ਚੇਂਜ ਕਰਤੀ। ਜਦੋਂ ਆਪਾਂ ਧਾਗਾ ਛੱਡਤਾ ਉਹਦੇ ਨਾਲ ਤੀਰ ਵੀ ਬਾਹਰ ਨਿਕਲ ਗਿਆ। ਕਿਉਂ ਨਿਕਲ ਗਿਆ, ਜਿਹੜੀ ਕਮਾਨ ਦੇ ਵਿੱਚ ਪੋਟੈਂਸ਼ੀਅਲ એનર્ਜੀ ਜਮ੍ਹਾਂ ਹੋਈ ਸੀ, ਉਸ ਕਮਾਨ ਦੀ ਪੋਟੈਂਸ਼ੀਅਲ એનર્ਜੀ ਨੂੰ ਕਾਹਦੇ ਵਿੱਚ ਕਨਵਰਟ ਹੋ ਗਈ, ਤੀਰ ਦੀ ਕਨੈਟਿਕ, ਉਹ ਸ਼ਿਫਟ ਹੋ ਗਈ ਤੀਰ ਦੀ ਕਨੈਟਿਕ એનર્ਜੀ ਰੂਪ 'ਚ। ਇਸ ਤਰ੍ਹਾਂ ਤੁਸੀਂ ਗਲੇਲ ਚਲਾਈ ਹੈ, ਛੋਟੇ ਹੁੰਦਿਆਂ ਨੇ ਗਲੇਲ ਦੇ ਵਿੱਚ ਪੱਥਰ ਪਾ ਕੇ ਆਪਾਂ ਚਲਾਉਂਦੇ ਹਾਂ, ਤਾਂ ਗਲੇਲ 'ਚ ਕੀ ਹੁੰਦੀ ਹੈ, ਆਪਾਂ ਰਬੜ ਲਗਾਈ ਹੁੰਦੀ ਹੈ ਜਾਂ ਕੋਈ ਇਲਾਸਟਿਕ ਆਬਜੈਕਟ ਲਗਾਇਆ ਹੁੰਦਾ ਜਿਹਦੀ ਖਿੱਚ ਹੋਵੇ, ਤਾਂ ਉਹਨੂੰ ਆਪਾਂ ਖਿੱਚਦੇ ਹਾਂ ਤਾਂ ਉਹਦੇ ਅੰਦਰ ਪੋਟੈਂਸ਼ੀਅਲ એનર્ਜੀ ਜਮ੍ਹਾਂ ਹੋ ਜਾਂਦੀ ਹੈ, ਅਤੇ ਉਹੀ ਪੋਟੈਂਸ਼ੀਅਲ એનર્ਜੀ ਜਿਹੜੀ ਹੈਗੀ ਹੈ ਉਹ ਰੋੜੇ ਦੇ ਵਿੱਚ ਟਰਾਂਸਫਰ ਹੋ ਜਾਂਦੀ ਹੈ ਇਨ ਦਾ ਫਾਰਮ ਆਫ ਕਨੈਟਿਕ એનર્ਜੀ। ਇਸ ਤਰ੍ਹਾਂ ਤੁਹਾਡੇ ਘਰਾਂ ਦੇ ਵਿੱਚ ਇੱਕ ਪੁਰਾਣੀ ਜਿਹੜੀ ਘੜੀਆਂ ਤੁਹਾਡੇ ਬਜ਼ੁਰਗਾਂ ਕੋਲ ਹੋਣਗੀਆਂ, ਚਾਬੀ ਵਾਲੀਆਂ ਘੜੀਆਂ, ਜਾਂ ਤੁਸੀਂ ਚਾਬੀ ਵਾਲੇ ਖਿਡੌਣੇ ਦੇਖੇ ਨੇ ਜਾਂ ਇੱਕ ਧਾਗੇ ਵਾਲੇ ਖਿਡੌਣੇ ਦੇਖੇ ਨੇ, ਤਾਂ ਉਹਦੇ ਅੰਦਰ ਇੱਕ ਸਪਰਿੰਗ ਹੁੰਦਾ ਹੈ। ਅਸੀਂ ਜਦੋਂ ਚਾਬੀ ਭਰਦੇ ਹਾਂ, ਧਾਗਾ ਖਿੱਚਦੇ ਹਾਂ, ਤਾਂ ਉਹਦੇ ਸਪਰਿੰਗ ਦੀ ਸ਼ੇਪ ਚੇਂਜ ਹੋ ਜਾਂਦੀ ਹੈ, ਸਪਰਿੰਗ ਇਕੱਠਾ ਹੋ ਜਾਂਦਾ, ਉਹ ਟਾਈਟ ਹੋ ਜਾਂਦਾ ਸਪਰਿੰਗ,
ठीक है। तो फिर स्प्रिंग हौली हौली खुलता है, काहदे करके क्यों खुलता है, जिहड़ी उहदे अंदर एनर्जी जमा हुई है, क्योंकि मैं उस स्प्रिंग नूं इकट्ठा कीता, टाइट कीता, धागा खिच के जां चाबी भर के, तो स्प्रिंग हुण पहलां वाली पोजीशन 'च आना चाहता है, तो उहदे वास्ते स्प्रिंग खुलदा है। स्प्रिंग खुलदा तो उहदे नाल एक गरारी लगी हुंदी है, ते नाल गरारी घुमदी है, ते ओह जिहड़ा खिडौणा है जां घड़ी है ओह मूव करदी है। तो उम्मीद है तुहानूं ये कंसैप्ट जिहड़ा चंगी तरीके नाल समझ आ गया होना। ਹੁਣ ਆਪਣੇ ਗ੍ਰੈਵੀਟੇਸ਼ਨਲ पोटेंशियल एनर्जी की डेफिनेशन की है, एनर्जी पोजैस्ड बाय अ बॉडी बाय वर्च्यू ऑफ इट्स पोजीशन अबव द सरफेस ऑफ अर्थ, कि ਜਦੋਂ ਕਿਸੇ ਬੋਡੀ ਦੀ ਪੋਜੀਸ਼ਨ ਧਰਤੀ ਤੋਂ ਉਚਾਈ 'ਤੇ ਹੋਵੇ ਤਾਂ ਉਹਦੇ ਕਰਕੇ ਉਹਦੇ ਅੰਦਰ ਜਿਹੜੀ એનર્ਜੀ ਜਮ੍ਹਾਂ ਹੁੰਦੀ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ, ਗ੍ਰੈਵੀਟੇਸ਼ਨਲ पोटेंशियल एनर्जी ਬੋਲਦੇ ਹਾਂ। ਠੀਕ ਹੈ ਜੀ। ਤਾਂ ਫੋਰ ਐਗਜ਼ਾਮਪਲ ਇਨ 1996 ओलंपिक्स ਵੈਨ ਐਂਡਰੇ एथलीट का नाम है लिफ्टेड द रिकॉर्ड ब्रेकिंग वेट अबव हिज हैंड, हिज इंक्रीज द सैपरेशन बिटवीन द वेट एंड अर्थ, the work his force did change the configuration relative location of the weight and earth, hence change the gravitational potential energy। एक सिंपल एग्जाम्पल दी हुई है कि जो एक वेट लिफ्टर वेट चकदा है तो की करता है, वेट की पोजीशन चेंज करता है धरती के मुकाबले, पहला धरती ते पिया हुंदा है, फिर वो चक के उपर अपने सिर तो उपर ले जाता है, तो उसकी उचाई बदल गई, तो वो अंदर की जमा होगी, पोटेंशियल एनर्जी जमा होगी। तो आपां इहदा फार्मूला ड्राइव करना है। फार्मूला ड्राइव करने वास्ते तुसीं आह डायग्राम देखो, डायग्राम च की है, कुछ नहीं है, सिंपल डायग्राम है कि एक बॉडी है जिहदा मास एम है, उहदे उपर असीं एक फोर्स लाई तो फोर्स लगा के असीं उसे कुछ हाइट ते ले गए, एच हाइट ते ले गए। हुण सिंपल जी गल है कि मैं एक बॉडी है, बॉडी के उपर फोर्स लगाई, फोर्स लगाउण नाल मैं उसनूं उहदी हाइट चेंज करती, उहदी पहला धरती ते पिया सी, हुण मैं धरती तो एच हाइट ते चक के ले गया, पहला ऑन ग्राउंड है, हुण वो एच हाइट ते इत्थे पई है। मास बॉडी का कितना है, एम है जी। हुण आपां नूं पता है कि आपने वर्क किया है, तो वर्क काहदे बराबर हुंदा है, फोर्स इनटू डिसप्लेसमेंट, जो डायरैक्शन सेम होवे तो तुहानूं दिखे रहा है कि आपने इस डायरैक्शन च फोर्स लगाई है, इस डायरैक्शन च बॉडी मूव करी है, तो डायरैक्शन की है, सेम है। हुण एफ किहदे बराबर हुंदा है, एफ इज इक्वल टू एम ए न्यूटन का दूजा नियम है साडे कोले, पर एम ए उरे ए नहीं आंदा, उरे आऊगा जी, एस की थां ते की आ गया एच, तो ये साडे कोले फार्मूला बन गया। छोटी जी डेरीवेशन है कि डबल्यू इज इक्वल टू एफ इंटू एस, एफ की वैल्यू भरती अपने इज इक्वल टू एम जी, क्यों भरती, क्योंकि एम ओहदा मास है, एक्सलरेशन पहला पैदा होंदा धरती की खिच करके, याद करो उन्होंने आप ए नहीं कहते, उन्होंने आप जी कहने, तो डिस्टेंस कितना मूव किया उन्हें एच किया, तो साडे कोल की आ गया एम जी एच, फार्मूला बन गया, दैट इज़ द डेरीवेशन ऑफ द फार्मूला ऑफ पोटेंशियल एनर्जी। तो इत्थों सानूं साफ नज़र आ रहा है कि जिहड़ा साडे कोले पोटेंशियल एनर्जी है वो तीन चीज़ों पर डिपेंड कर रही है, एक मास ते, एक एक्सलेशन ड्यू टू ग्रैविटी ते, एक हाइट ते। तो हुण नॉर्मली जिहड़ा हैगा एक जगह के उपर एक बॉडी वास्ते, समझो मेरी गल नूं, एक जगह के उपर एक बॉडी वास्ते जिहड़ा मास है, सॉरी जी एम की वैल्यू भी सेम रहूगी क्योंकि एक उही सेम बॉडी है, एक जगह है तो उस एक जगह के उपर ग्रैविटेशन वैल्यू भी सेम रहूगी, तो मतलब पोटेंशियल एनर्जी किहदे बदलदी है, एच दे बदलण नाल। हाँ, अलग अलग जगह वास्ते, जिमें अलग अलग जगह मतलब ये नहीं कि 5-10 किलोमीटर के फर्क नाल, धरती उपर कुछ यह जी जगह ने जब थोड़ा लार्ज डिस्टेंस आप जो मूव करते हैं तो एच जी जी की वैल्यू थोड़ी जी चेंज होंदी है, जिमें माउंट एवरेस्ट जी की वैल्यू कुछ होर है, ठीक है, समुंदर के किनारे जी की वैल्यू कुछ होर है, कुछ जो ज़्यादा डिफरेंस आ जाता है धरती की हाइट के, क्योंकि धरती भी एक जी हैगी एक जिन्नी पद्धरी नहीं हैगी, हर थां तो कितों उच्ची है कितों नीवी है। सब तो नीवी जगह आप मानते हैं समुंदर का तल, धरती उपर समुंदर का जिहड़ा उपरला तल हुंदा उहनूं सब तो नीवी जगह मानते हैं आप धरती उपर। तो माउंट एवरेस्ट बहुत उच्चा है, माउंट एवरेस्ट छड्डो तुसीं आम उचाई ते पहाड़ी ते चले जाने तो उत्थे भी जी की वैल्यू बदल जाती है। तो अलग अलग वस्तुओं वास्ते जिहदा मास अलग अलग है उहदे वास्ते भी की होगी, पोटेंशियल एनर्जी की वैल्यू अलग अलग होगी। तो उम्मीद है तुहानूं जिहड़ी ये गल समझ आ गई सारी, ठीक है जी। उस तो बाद अच्छा एक गल याद रखने वाली है कि ਜਦੋਂ ਆਪਾਂ ਧਰਤੀ ਤੋਂ ਉਚਾਈ 'ਤੇ ਜਾਂਦੇ ਹਾਂ, ਧਰਤੀ ਤੋਂ ਉਚਾਈ 'ਤੇ ਜਾਂਦੇ ਹਾਂ ਤਾਂ ਵਰਕ ਡਨ ਜਿਹੜਾ ਹੁੰਦਾ ਉਹ ਅਗੇਂਸਟ ਦਾ ਕੀ ਹੁੰਦਾ, ਫੋਰਸ ਆਫ ਅਟਰੈਕਸ਼ਨ ਹੁੰਦਾ ਜਾਂ ਗ੍ਰੈਵੀਟੇਸ਼ਨਲ ਫੋਰਸ ਦੇ ਉਲਟ ਹੁੰਦਾ, ਤਾਂ ਉਹ ਵਰਕ ਕੀ ਹੁੰਦਾ, ਉਹ ਨੈਗੇਟਿਵ ਹੁੰਦਾ, ਠੀਕ ਹੈ ਜੀ। ਉਹ ਦੈਟ ਵਰਕ ਇਜ਼ ਟੇਕਨ ਐਜ਼ ਦਾ ਨੈਗੇਟਿਵ ਵਰਕ। ਇਸ ਤੋਂ ਬਾਅਦ ਕਹਿੰਦਾ ਵੈਨ ਬॉडी इज़ रेज टू द हाइट
h, it come down with an increasing speed, and velocity v of which the body has hit the ground is calculated from the fact that gravitational potential energy of the body at the height h manifest itself as kinetic energy of the body on reaching the ground। ਹੁਣ ਦੇਖੋ ਆਪਾਂ ਧਰਤੀ ਤੋਂ ਉਚਾਈ 'ਤੇ ਚੱਕ ਕੇ ਲੈ ਗਏ, ਪਰ ਜਦੋਂ ਆਪਾਂ ਧਰਤੀ ਤੋਂ ਮਤਲਬ ਜਦੋਂ ਇੱਕ ਬੋਡੀ ਨੂੰ ਵਾਪਸ ਛੱਡਾਂਗੇ, ਹੁਣ ਉਰੇ ਚੱਕ ਕੇ ਲੈ ਗਏ ਅਸੀਂ, ਜਿਹਨੂੰ ਛੱਡਤਾ ਇੱਥੋਂ ਜਾ ਕੇ ਤਾਂ ਕੀ ਹੋਊਗੀ, ਇਹ ਨੀਚੇ ਨੂੰ ਆਊਗੀ। ਠੀਕ ਹੈ, ਤਾਂ ਨੀਚੇ ਨੂੰ ਆਊਗੀ ਤਾਂ ਤੁਹਾਨੂੰ ਪਤਾ ਹੋ ਇੱਥੋਂ ਪਹਿਲਾਂ ਇੱਥੇ ਸੀਗੀ, ਇੱਥੇ ਵੈਲੋਸਿਟੀ ਕਿੰਨੀ ਹੈ, 0 ਹੈ, ਖੜੀ ਹੈ ਬੋਡੀ। ਜਿਉਂ ਇਹ ਨੀਚੇ ਨੂੰ ਆਉਂਦੀ ਹੈ, ਇਹਦੀ ਜਿਹੜੀ ਵੈਲੋਸਿਟੀ ਆ ਉਹ ਵੱਧਦੀ ਤੁਰੀ ਜਾਂਦੀ ਹੈ, ਵੱਧਦੀ। ਸਭ ਤੋਂ ਜਿਹੜੀ ਮੈਕਸਿਮਮ ਜਿਹੜੀ ਵੈਲੋਸਿਟੀ ਉਹ ਇੱਥੇ ਹੁੰਦੀ ਹੈ। ਕਿਉਂ ਇੱਥੇ ਹੁੰਦੀ ਹੈ? ਕਿਉਂਕਿ ਇੱਥੇ ਇਹ ਮੰਨਦੇ ਹਾਂ ਕਿ ਇੱਥੇ ਆ ਕੇ ਕਿਉਂਕਿ ਜਦੋਂ ਵੀ ਕਿਸੇ ਵੀ ਪੋਜੀਸ਼ਨ 'ਤੇ, ਇਸ ਤੋਂ ਉੱਪਰ ਕਿਤੇ ਵੀ ਪੋਜੀਸ਼ਨ 'ਤੇ ਬੋਡੀ ਦੀ ਧਰਤੀ ਤੋਂ ਉਚਾਈ ਬਣੀ ਹੋਈ ਹੈ, ਕੁਛ ਨਾ ਕੁਛ ਉਚਾਈ ਬਣੀ ਹੋਈ ਹੈ। ਇਹਦਾ ਮਤਲਬ ਉਹਦੇ ਕੋਲ ਕੁਛ ਨਾ ਕੁਛ ਪੋਟੈਂਸ਼ੀਅਲ ਐਨਰਜੀ ਬਾਕੀ ਹੈ, ਚਾਹੇ ਉਹ 1 ਫੁੱਟ ਕਿਉਂ ਨਾ ਉੱਚੀ ਹੋਵੇ ਧਰਤੀ ਤੋਂ, ਤਾਂ ਉਹਦੇ ਕੋਲ ਕੁਛ ਨਾ ਕੁਛ ਪੋਟੈਂਸ਼ੀਅਲ ਐਨਰਜੀ ਬਾਕੀ ਹੈ। ਪਰ ਜਦੋਂ ਹੀ ਉਹ ਧਰਤੀ ਨੂੰ ਹਿੱਟ ਕਰੂਗੀ, ਉਹਦੀ ਸਾਰੀ ਦੀ ਸਾਰੀ ਪੋਟੈਂਸ਼ੀਅਲ ਐਨਰਜੀ ਕਾਹਦੇ ਵਿੱਚ ਕਨਵਰਟ ਹੋ ਜੂਗੀ, ਕਨੈਟਿਕ ਐਨਰਜੀ 'ਚ ਕਨਵਰਟ ਹੋ ਜੂਗੀ। ਤਾਂ ਜੇਕਰ ਆਪਾਂ ਵੈਲੋਸਿਟੀ ਕੱਢਣੀ ਹੋਵੇ ਕਿ ਬੋਡੀ ਕਿੰਨੀ ਵੈਲੋਸਿਟੀ ਨਾਲ ਹਿੱਟ ਕਰੂਗੀ, ਤਾਂ ਅਸੀਂ ਇਸ ਫਾਰਮੂਲੇ ਦੀ ਵਰਤੋਂ ਕਰਾਂਗੇ ਕਿ ਸਾਰੀ ਜਿਹੜੀ ਪੋਟੈਂਸ਼ੀਅਲ ਐਨਰਜੀ ਉਹ ਕਾਹਦੇ ਵਿੱਚ ਕਨਵਰਟ ਹੋਗੀ, ਕਨੈਟਿਕ ਐਨਰਜੀ 'ਚ ਕਨਵਰਟ ਹੋ ਜੂਗੀ ਜਦੋਂ ਧਰਤੀ 'ਤੇ ਹਿੱਟ ਕਰੂਗੀ। ਤਾਂ ਐਮ ਨਾਲ ਸਾਡਾ ਐਮ ਕੈਂਸਲ ਹੋ ਗਿਆ, 2 ਨੂੰ ਆਪਾਂ ਇੱਧਰ ਗੁਣਾ ਕਰ ਦਈਏ ਤਾਂ ਕੀ ਬਣ ਜੂਗਾ, v² = 2gh ਬਣ ਗਿਆ। ਜੇ ਇਹਦਾ ਸਕੇਅਰ ਹਟਾਉਣਾ ਹੋਵੇ ਤਾਂ ਕੀ ਬਣੂਗਾ, ਇੱਧਰ ਆ ਕੇ 2gh ਦਾ ਅੰਡਰਰੂਟ ਬਣ ਗਿਆ। ਠੀਕ ਹੈ ਜੀ, ਤਾਂ ਕੁਛ ਪੁਆਇੰਟਸ ਨੇ ਇਹਦੇ ਬਾਰੇ, ਉਹ ਆਪਾਂ ਥੋੜ੍ਹਾ ਜਿਹਾ ਦੇਖ ਲਈਏ। Following points should be clearly understood regarding the potential energy. Potential energy is defined only for the conservative force. ਹੁਣ ਆਪਾਂ ਯਾਦ ਤੁਹਾਨੂੰ ਪਤਾ ਹੋਊਗਾ ਕਿ ਆਪਾਂ ਕਰ ਚੁੱਕੇ ਗ੍ਰੈਵਿਟੇਸ਼ਨ ਫੋਰਸ ਹੈ, ਕੰਜ਼ਰਵੇਟਿਵ ਫੋਰਸ ਹੈ। It does not exist for the non-conservative force. For example, when we move a body on a smooth inclined plane, ਠੀਕ ਹੈ, ਇੱਕ ਇਨਕਲਾਈਨਡ ਪਲੇਨ 'ਤੇ ਮੂਵ ਕਰਦੇ ਤਾਂ ਵਰਕ ਡਨ ਇਨ ਬੋਡੀ ਜਿਹੜਾ ਹੈਗਾ ਉਹ mgh ਆਪਾਂ ਕੱਢ ਚੁੱਕੇ ਹਾਂ। This is the potential energy stored in the body. If inclined plane were rough, work done will be done against the friction in moving a body up the plane, but that part of work is not retardable and potential energy acquired by the body is mgh only. ਕੀ ਕਹਿ ਰਿਹਾ ਇਹ ਕਿ ਜਦੋਂ ਆਪਾਂ ਇਨਕਲਾਈਨਡ ਪਲੇਨ 'ਤੇ ਆਪਾਂ ਬੋਡੀ ਨੂੰ ਮੂਵ ਕਰਾਉਂਦੇ ਹਾਂ, ਜੇ ਹੁਣ ਤੁਸੀਂ ਯਾਦ ਕਰੋ ਆਪਾਂ ਜਦੋਂ ਕੰਜ਼ਰਵੇਟਿਵ ਫੋਰਸ ਨਾਲ ਕੀਤਾ ਸੀ, ਤਾਂ ਆਪਾਂ ਜਦੋਂ ਆਪਾਂ ਬੋਡੀ ਨੂੰ ਇਸ ਤਰ੍ਹਾਂ ਉਚਾਈ 'ਤੇ ਲੈ ਕੇ ਗਏ ਸੀ, h ਉਚਾਈ 'ਤੇ, ਠੀਕ ਹੈ, ਆਪਾਂ ਪਤਾ ਕੀਤਾ ਸੀ ਕਿ mgh ਵਰਕ ਹੋਇਆ ਸੀਗਾ। ਠੀਕ ਹੈ, ਇਹ ਵਰਕ ਕਾਹਦੇ ਵਿੱਚ ਰੂਪ 'ਚ ਜਮ੍ਹਾਂ ਹੋ ਜਾਊਗਾ, ਪੋਟੈਂਸ਼ੀਅਲ ਐਨਰਜੀ। ਹੁਣ ਕਿਉਂਕਿ ਜਦੋਂ ਆਪਾਂ ਇਨਕਲਾਈਨਡ ਪਲੇਨ 'ਤੇ ਲੈ ਕੇ ਗਏ ਹਾਂ, ਮੰਨ ਲਓ ਇਹ ਰਫ ਹੈ, ਹੁਣ ਤੁਹਾਨੂੰ ਪਤਾ ਹੈ ਜਦੋਂ ਆਪਾਂ ਕਿਸੇ ਬੋਡੀ ਨੂੰ ਇਹਦੇ ਉੱਪਰ ਚਲਾਵਾਂਗੇ ਤਾਂ ਇੱਕ ਫ੍ਰਿਕਸ਼ਨਲ ਫੋਰਸ ਵੀ ਪੈਦਾ ਹੋਊਗੀ, ਤਾਂ ਮੈਨੂੰ ਬੋਡੀ ਨੂੰ ਫ੍ਰਿਕਸ਼ਨਲ ਫੋਰਸ ਦੇ ਉਲਟ ਵੀ ਲੈ ਕੇ ਜਾਣਾ ਪੈ ਰਿਹਾ, ਤਾਂ ਉਹਦੇ ਵਿੱਚ ਤੇ ਵੀ ਕੁਛ ਕੰਮ ਕਰਨਾ ਪਊਗਾ। ਠੀਕ ਹੈ ਨਾ, ਪਰ ਜਿਹੜਾ ਮੈਂ ਇਹ ਫ੍ਰਿਕਸ਼ਨਲ ਫੋਰਸ ਦੇ ਉਲਟ ਲਿਜਾਣ ਵਾਸਤੇ ਕੰਮ ਕਰ ਰਿਹਾ, ਉਹ ਜਿਹੜਾ ਕੰਮ ਹੈ ਉਹ ਵੇਸਟ ਚਲਾ ਗਿਆ, ਉਹ ਯੂਜ਼ ਹੋ ਗਿਆ। ਵੇਸਟ ਨਹੀਂ ਆਪਾਂ ਕਹਿ ਸਕਦੇ, ਉਹ ਕਨਵਰਟ ਹੋ ਗਿਆ ਇਨ ਦਾ ਫਾਰਮ ਆਫ ਹੀਟ, ਸਾਊਂਡ, ਲਾਈਟ, ਇਨ ਅਨਦਰ ਫਾਰਮ। ਮਤਲਬ ਉਹ ਬੋਡੀ ਅੰਦਰ ਜਮ੍ਹਾਂ ਨਹੀਂ ਹੋਇਆ। ਇਸ ਵਰਕ ਦੇ ਵਿੱਚ ਉਹ ਵਰਕ ਸ਼ਾਮਿਲ ਨਹੀਂ ਹੈਗਾ ਜਿਹੜਾ ਕਿ ਮੈਂ ਫ੍ਰਿਕਸ਼ਨ ਦੇ ਖਿਲਾਫ ਕੀਤਾ ਬੋਡੀ ਦੇ ਵਿੱਚ। ਜਿਹੜਾ ਮੈਂ ਵਰਕ ਫ੍ਰਿਕਸ਼ਨ ਦੇ ਖਿਲਾਫ ਕੀਤਾ ਉਹ ਵਰਕ ਇਹਦੇ ਵਿੱਚ ਸ਼ਾਮਿਲ ਨਹੀਂ ਹੈਗਾ। ਉਹ ਵਰਕ ਤਾਂ ਜਿਹੜਾ ਹੈਗਾ ਸਾਡੇ ਕੋਲ ਯੂਜ਼ ਹੋ ਗਿਆ, ਮਤਲਬ ਬਦਲ ਗਿਆ ਹੋਰ ਫਾਰਮ ਆਫ ਐਨਰਜੀ ਦੇ ਵਿੱਚ। ਸਮਝ ਲੱਗੀ ਗੱਲ? ਪੋਟੈਂਸ਼ੀਅਲ ਐਨਰਜੀ ਡਿਪੈਂਡ ਅਪੋਨ ਫਰੇਮ ਆਫ ਰੈਫਰੈਂਸ, ਇਟ ਮੇ ਬੀ ਪੋਜ਼ੀਟਿਵ ਔਰ ਨੈਗੇਟਿਵ। ਦੱਸੇ ਤਾਂ ਕਿ ਨੈਗੇਟਿਵ ਵੀ ਹੋ ਸਕਦੀ ਹੈ, ਪੋਜ਼ੀਟਿਵ ਹੋ ਸਕਦੀ ਹੈ। ਬਾਈ ਕਨਵੈਂਸ਼ਨ the conservative field potential is equal to negative of the work done in moving the body from some reference point to the given position। ਮਤਲਬ ਕਿ ਜਦੋਂ ਆਪਾਂ ਬੋਡੀ ਨੂੰ ਕਹੀਏ ਆਪਾਂ ਨੈਗੇਟਿਵ ਹੋਊਗਾ, ਇਕੁਅਲ ਟੂ ਦਾ ਨੈਗੇਟਿਵ ਆਫ ਦਾ ਵਰਕ ਡਨ ਇਨ ਦਾ ਮੂਵਿੰਗ ਬੋਡੀ ਸਮ ਕਿਸੇ ਪੋਜੀਸ਼ਨ 'ਤੇ, ਮਤਲਬ ਉਚਾਈ 'ਤੇ ਲੈ ਕੇ ਜਾਂਦੇ ਜੇ ਆਪਾਂ ਗੱਲ ਕਰੀਏ ਆਮ ਤੌਰ 'ਤੇ। ਅ ਬੋਡੀ ਇਜ਼ ਇਨ ਏ ਮੋਸ਼ਨ ਮੇ ਔਰ ਮੇ ਨੋਟ ਵੀ ਹੈਵ ਪੋਟੈਂਸ਼ੀਅਲ ਐਨਰਜੀ। ਮੋਸ਼ਨ ਦੌਰਾਨ ਉਹਦੇ ਕੋਲ ਪੋਟੈਂਸ਼ੀਅਲ ਐਨਰਜੀ ਹੋ ਵੀ ਸਕਦੀ ਹੈ, ਨਹੀਂ ਵੀ। ਜੇ ਧਰਤੀ ਦੇ ਉੱਪਰ ਮੂਵ ਕਰ ਰਹੀ ਹੈ ਬੋਡੀ, ਉੱਪਰ ਕਰ ਰਹੀ ਹੈ, ਤਾਂ ਉਹਦੇ ਕੋਲ ਕੋਈ ਪੋਟੈਂਸ਼ੀਅਲ ਐਨਰਜੀ ਨਹੀਂ। ਠੀਕ ਹੈ, ਪਰ ਜਦੋਂ ਵਰਟੀਕਲੀ ਡਾਊਨ ਨੀਚੇ ਨੂੰ ਆ ਰਹੀ ਹੈ ਜਾਂ ਉੱਪਰ ਨੂੰ ਜਾ ਰਹੀ ਹੈ ਤਾਂ ਉਹਦੇ ਕੋਲ ਪੋਟੈਂਸ਼ੀਅਲ ਐਨਰਜੀ ਹੋਊਗੀ। ਫਾਰਮੂਲਾ ਜਿਹੜਾ mgh ਹੈਗਾ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਨਰਜੀ ਆਨ ਦਾ ਆਫ ਦਾ ਅਰਥ ਬੋਡੀ ਸਿਸਟਮ। The height h is taken above some reference point label which is defined as the given problem. If the reference label is taken as surface of the earth, then the variation of potential energy with the height is obviously linear in nature। ਹੁਣ ਦੇਖੋ ਕੀ ਕਹਿੰਦਾ ਕਿ ਜਿਹੜਾ ਸਾਡੇ ਕੋਲ h ਹੈ ਉਹ ਧਰਤੀ ਤੋਂ ਉਚਾਈ 'ਤੇ ਲੈਂਦੇ ਹਾਂ ਆਪਾਂ। ਇਹ ਜਿਹੜਾ ਪੁਆਇੰਟ ਹੈ ਉਹ ਇੱਕ ਲੇਬਲ ਤੋਂ ਉੱਚਾ ਲਿਆ ਜਾਂਦਾ ਹੈ। ਠੀਕ ਹੈ, ਇਫ ਦਾ ਰੈਫਰੈਂਸ ਲੇਬਲ ਇਜ਼ ਟੇਕਨ ਐਜ਼ ਸਰਫੇਸ ਆਫ ਅਰਥ, ਜੇਕਰ ਆਪਾਂ ਰੈਫਰੈਂਸ ਪੁਆਇੰਟ ਹੈ ਉਹ ਧਰਤੀ ਦਾ ਸਰਫੇਸ ਨੂੰ ਮੰਨੀਏ, ਦਾ ਵੇਰੀਏਸ਼ਨ ਆਫ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਹਾਈਟ ਉਹਦਾ ਓਬਵੀਅਸਲੀ ਲੀਨੀਅਰ ਇਨ ਨੇਚਰ। ਮਤਲਬ ਹੁਣ ਦੇਖੋ ਦੋ
ਕੇਸਿਸ ਨੇ। ਇੱਕ ਤਾਂ ਬੋਡੀ ਧਰਤੀ 'ਤੇ ਪਈ ਹੈ ਅਤੇ ਧਰਤੀ ਤੋਂ ਮੈਂ ਉਚਾਈ 'ਤੇ ਚੱਕ ਕੇ ਲੈ ਗਿਆ। ਇੱਕ ਇਹ ਹੈ ਕਿ ਬੋਡੀ ਪਹਿਲਾਂ ਹੀ ਕੁਛ ਉਚਾਈ 'ਤੇ ਪਈ ਹੈ, ਇਸ ਉਚਾਈ ਤੋਂ ਮੈਂ ਹੋਰ ਉਚਾਈ 'ਤੇ ਚੱਕ ਕੇ ਲੈ ਗਿਆ। ਤਾਂ ਇੱਥੇ ਕੀ ਹੈ, ਇੱਥੇ ਜਿਹੜੀ ਪੋਟੈਂਸ਼ੀਅਲ ਐਨਰਜੀ ਪਹਿਲਾਂ 0 ਹੈ ਇਸ ਪੁਆਇੰਟ 'ਤੇ। ਜਿਵੇਂ ਜਿਵੇਂ ਹਾਈਟ ਵਧੂਗੀ ਪੋਟੈਂਸ਼ੀਅਲ ਐਨਰਜੀ ਵਧੂਗੀ, ਇੱਥੇ ਮੈਕਸੀਮਮ ਹੋ ਜੂਗੀ, ਠੀਕ ਹੈ। ਪਰ ਇਸ ਪੁਆਇੰਟ 'ਤੇ ਇਹਦੇ ਕੋਲ ਕੁਛ ਨਾ ਕੁਛ ਪੋਟੈਂਸ਼ੀਅਲ ਐਨਰਜੀ ਪਹਿਲਾਂ ਮੌਜੂਦ ਹੈ। ਇੱਥੇ ਜਦੋਂ ਉੱਪਰ ਨੂੰ ਜਾਵਾਂਗੇ ਤਾਂ ਪੋਟੈਂਸ਼ੀਅਲ ਐਨਰਜੀ ਇਨਕਰੀਜ਼ ਕਰੂਗੀ, ਠੀਕ ਹੈ। ਕਿੰਨੀ ਇਨਕਰੀਜ਼ ਕਰੂਗੀ, ਜਿੰਨੀ ਆਪਾਂ ਹਾਈਟ ਦੇ ਹਿਸਾਬ ਨਾਲ। ਤਾਂ ਇੱਥੋਂ ਕੀ ਹੈ, ਲੀਨੀਅਰ ਹੈ, ਮਤਲਬ 0 ਟੂ ਮੈਕਸੀਮਮ। ਇੱਥੇ 0 ਟੂ ਮੈਕਸੀਮਮ ਨਹੀਂ ਹੈਗਾ, ਇੱਥੇ ਸਮ ਵੈਲਿਊ ਟੂ ਅਨਦਰ ਵੈਲਿਊ ਹੈ, ਠੀਕ ਹੈ, ਕਿਉਂਕਿ ਪਹਿਲਾਂ ਵੀ ਉਹਦੇ ਕੋਲ ਕੀ ਹੈ, ਪੋਟੈਂਸ਼ੀਅਲ ਐਨਰਜੀ ਹੈਗੀ ਹੈ। ਉਸ ਤੋਂ ਲਾਸਟ ਹੈਗਾ, ਕਹਿੰਦਾ ਵਰਕ ਡਨ ਇਨ ਅਸੈਂਬਲਿੰਗ ਏ ਬੋਡੀ ਫਰੋਮ ਇਨਫਾਈਨਾਈਟਲੀ ਸਮਾਲ ਫਰੈਗਮੈਂਟ ਡਿਸਟਰੀਬਿਊਟਡ ਇਨੀਸ਼ੀਅਲੀ ਐਟ ਇਨਫਾਈਨਾਈਟ ਸੈਪਰੇਸ਼ਨ ਇਜ਼ ਆਲਸੋ ਸਟੋਰਡ ਇਨ ਦਾ ਬੋਡੀ ਇਟ ਸੈਲਫ ਇਨ ਦਾ ਫਾਰਮ ਆਫ ਸੈਲਫ ਪੋਟੈਂਸ਼ੀਅਲ ਐਨਰਜੀ। ਕਿ ਜੇਕਰ ਅਸੀਂ ਬੋਡੀ ਦੇ ਜਿਹੜੇ ਰਸਤੇ ਨੂੰ ਹੈ ਉਹ ਕਈ ਛੋਟੇ ਛੋਟੇ ਭਾਗਾਂ ਦੇ ਵਿੱਚ ਡਿਵਾਈਡ ਕਰ ਦਈਏ ਤਾਂ ਜਿਹੜੀ ਟੋਟਲ ਪੋਟੈਂਸ਼ੀਅਲ ਐਨਰਜੀ ਉਹ ਸਾਰੇ ਭਾਗਾਂ ਦੇ ਜੋੜ ਦੇ ਬਰਾਬਰ ਹੀ ਹੋਊਗੀ। ਉਹ ਆਪਾਂ ਨੂੰ ਪਤਾ ਹੀ ਹੈ ਕਿ ਜਿੰਨੀ ਜਿੰਨੀ ਹਾਈਟ 'ਤੇ ਜਾਵਾਂਗੇ ਪੋਟੈਂਸ਼ੀਅਲ ਐਨਰਜੀ ਜਿਹੜੀ ਹੈ ਉਹ ਇਨਕਰੀਜ਼ ਹੁੰਦੀ ਜਾਊਗੀ। ਸੋ ਅੱਜ ਵਾਸਤੇ ਜਿਹੜਾ ਹੈ ਇੰਨਾ ਹੀ ਬਹੁਤ ਹੈ। ਅਗਲੇ ਨੈਕਸਟ ਲੈਕਚਰ ਦੇ ਵਿੱਚ ਆਪਾਂ ਜਿਹੜੀ ਹੈਗੀ ਇਲਾਸਟਿਕ ਪੋਟੈਂਸ਼ੀਅਲ ਐਨਰਜੀ ਦੀ ਗੱਲ ਕਰਾਂਗੇ। ਉਹਦੇ ਨਾਲ ਰਿਲੇਟਡ ਇੱਕ ਬਹੁਤ ਇੰਪੋਰਟੈਂਟ ਆਰਟੀਕਲ ਹੈ 5 ਨੰਬਰ ਦਾ, ਉਹ ਆਪਾਂ ਡਰਾਈਵ ਕਰਾਂਗੇ। ਤਾਂ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ ਇਸ ਦਾ ਲੈਕਚਰ। ਤੈਨੂੰ ਧਿਆਨ ਨਾਲ ਦੇਖੋ, ਧਿਆਨ ਨਾਲ ਸਮਝੋ, ਬਾਰ-ਬਾਰ ਦੇਖੋ ਜਦ ਤੱਕ ਤੁਹਾਨੂੰ ਸਮਝ ਨਹੀਂ ਆਉਂਦਾ। ਜੇ ਫਿਰ ਵੀ ਕੋਈ ਤਕਲੀਫ ਹੈ ਤਾਂ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਫ਼ੋਨ ਕਰਕੇ ਤੁਸੀਂ ਪੁੱਛ ਸਕਦੇ ਹੋ।